79 1389 और श्लोक नंबर है 32। साहुरे पेये कंत की कंत अगम अथा, नानक सो सुहागनी सो पावे वे परवा। धन्यवाद। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰੇ ਵੀਰਾਂ ਭੈਣਾਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਕੁਝ ਦਿਨ ਤੋਂ ਅਸੀਂ ਭਗਤ ਫਰੀਦ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਆਪਸ ਵਿੱਚ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ, ਜਿਸ ਕਰਕੇ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਖੁਸ਼ੀ ਖੇੜੇ, ਆਨੰਦ ਪ੍ਰਸੰਨਤਾ ਆਏ ਔਰ ਰੱਬੀ ਰਜ਼ਾ ਵਿੱਚ ਤੁਰਦਾ ਹੋਇਆ ਮਨੁੱਖ ਆਤਮਕ ਜੀਵਨ, ਆਤਮਕ ਆਨੰਦ ਔਰ ਜੀਵਨ ਮੁਕਤੀ ਦਾ ਆਨੰਦ ਮਾਣ ਸਕੇ। ਅੱਜ ਬਾਬਾ ਫਰੀਦ ਜੀ ਦੇ 32 ਨੰਬਰ ਸ਼ਲੋਕ ਤੋਂ ਵਿਚਾਰ ਆਰੰਭ ਕਰ ਰਹੇ ਹਾਂ। ਇਹ ਪਾਵਨ ਸ਼ਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1379 ਤੇ ਅੰਕਿਤ ਹੈ। ਸਾਹੁਰੈ ਪਈਐ ਕੰਤ ਕੀ ਕੰਤ ਅਗੰਮ ਅਥਾ, ਨਾਨਕ ਸੋ ਸੁਹਾਗਣੀ ਜੋ ਭਾਵੈ ਬੇਪਰਵਾਹ। ਹੁਣ ਪਿਛਲੇ ਸ਼ਲੋਕ ਵਿੱਚ ਅਸੀਂ ਪੜ੍ਹਿਆ ਸੀ ਕਿ ਉਹ ਜੀਵ ਇਸਤਰੀ ਜਿਸ ਦੀ ਸਹੁਰੇ ਘਰ ਵਿੱਚ ਬਾਤ ਨਹੀਂ, ਆਦਰ ਸਤਕਾਰ ਨਹੀਂ, ਪੇਕੇ ਘਰ ਵਿੱਚ ਵੀ ਨਹੀਂ, ਪਤੀ ਦੇ ਨਾਲ ਵੀ ਅਣਬਣ ਹੈ, ਸੁਭਾਅ ਦੇ ਵਿੱਚ ਕੁਛ ਐਸਾ ਕੁਛ ਹੈ, ਤੇ ਬਾਬਾ ਫਰੀਦ ਜੀ ਕਹਿੰਦੇ ਨੇ ਧੰਨ ਸੁਹਾਗਣ ਨਾ ਉਹ ਆਪਣੇ ਆਪ ਨੂੰ ਸੁਹਾਗਣ ਸਮਝੇ, ਤਾਂ ਇੱਕ ਵਿਅੰਗ ਕੀਤਾ ਜਾ ਰਿਹਾ ਸੀ। ਹੁਣ ਇਸ ਪਾਵਨ ਸ਼ਲੋਕ ਦੇ ਵਿੱਚ ਸਾਨੂੰ ਸਮਝਾ ਰਹੇ ਨੇ, ਉਸ ਸ਼ਲੋਕ ਵਿੱਚ ਵੀ ਇਹੀ ਸੀ ਕਿ ਜੇ ਕੋਈ ਬੰਦਾ ਕਰਮ ਕਰੀ ਜਾਵੇ ਮਾੜੇ ਔਰ ਆਪਣੇ ਆਪ ਨੂੰ ਰੱਬੀ ਭਗਤ ਅਖਵਾਏ ਜਾਂ ਧਾਰਮਿਕ ਅਖਵਾਏ, ਧਾਰਮਿਕ ਬਾਣਾ ਪਾਇਆ ਹੋਵੇ, ਗੱਲਾਂ ਚੰਗੀਆਂ ਕਰਦਾ ਹੋਵੇ, ਲੇਕਿਨ ਕੰਮ ਮਾੜੇ ਹੋਣ, ਤਾਂ ਉਹਨੂੰ ਅਸੀਂ ਪ੍ਰਭੂ ਦਾ ਪਿਆਰਾ ਨਹੀਂ ਕਹਿ ਸਕਦੇ। ਪ੍ਰਭੂ ਦੀ ਪ੍ਰੀਤ ਵਾਸਤੇ ਹਰ ਇਨਸਾਨ ਨੂੰ ਆਪਣਾ ਆਪਾ ਸਮਰਪਿਤ ਕਰਨਾ ਪੈਂਦਾ ਹੈ, ਸ਼ੁਭ ਗੁਣਾਂ ਦੇ ਧਾਰਨੀ ਹੋਣਾ ਹੈ, ਰੱਬੀ ਰਜ਼ਾ ਦੇ ਵਿੱਚ ਤੁਰਨਾ ਹੈ। ਤਾਂ ਅਗਲਾ ਬਚਨ ਬਾਬਾ ਫਰੀਦ ਜੀ ਸਾਨੂੰ ਇਸ ਪਾਵਨ ਸ਼ਲੋਕ ਰਾਹੀਂ ਸਮਝਾ ਰਹੇ ਨੇ ਕਿ ਸਾਹੁਰੇ ਪਈਏ ਕੰਤ ਕੀ ਕੰਤ ਅਗੰਮ ਅਥਾ। ਅੰਤ ਦਾ ਮਤਲਬ ਪਤੀ ਪ੍ਰਭੂ, ਅਗੰਮ ਦਾ ਮਤਲਬ ਅਪਹੁੰਚ, ਤੇ ਅਥਾ ਤੋਂ ਭਾਵ ਹੈ ਡੂੰਘਾ। ਜੋ ਪ੍ਰਭੂ ਹੈ ਉਹ ਅਪਹੁੰਚ ਹੈ, ਗੁਣਾਂ ਦਾ ਬੜਾ ਗਹਿਰਾ ਸਾਗਰ ਹੈ, ਭਾਵ ਕਿ ਉਸ ਦੇ ਗੁਣਾਂ ਦਾ, ਉਹਦੀ ਰਚਨਾ ਦਾ ਅੰਤ ਨਹੀਂ ਪਾਇਆ ਜਾਂਦਾ। ਸਾਹੁਰੇ ਪਈਏ ਕੰਤ ਕੀ, ਸਾਹੁਰੇ ਪਈਏ ਦਾ ਮਤਲਬ ਸਹੁਰੇ ਪੇਕੇ ਘਰ ਵਿੱਚ, ਯਾਨੀ ਹਰ ਥਾਂ ਤੇ, ਜੀਵਨ ਦੇ ਹਰ ਸਮੇਂ ਵਿੱਚ। ਕੰਤ ਕੀ ਦਾ ਮਤਲਬ ਜੋ ਜੀਵ ਇਸਤਰੀ ਪ੍ਰਭੂ ਦੀ ਬਣ ਕੇ ਰਹਿੰਦੀ ਹੈ, ਜਿਹੜਾ ਅਗੰਮ ਅਥਾਹ ਹੈ, ਜਿਸ ਤੇ ਗੁਣਾਂ ਦਾ ਅੰਤ ਨਹੀਂ ਪਾਇਆ ਜਾਂਦਾ, ਉਹ ਜੀਵ ਇਸਤਰੀ ਜੋ ਉਸ ਪ੍ਰਭੂ ਦੀ ਬਣ ਕੇ ਰਹਿੰਦੀ ਹੈ, ਯਾਨੀ ਉਹਦੀ ਰਜ਼ਾ ਦੇ ਵਿੱਚ ਜ਼ਿੰਦਗੀ ਗੁਜ਼ਾਰਦੀ ਹੈ, ਨਾਨਕ ਸੋ ਸੁਹਾਗਣੀ, ਉਹਨੂੰ ਸੁਹਾਗਣੀ ਕਿਹਾ ਜਾ ਸਕਦਾ ਹੈ। ਉਹ ਸੁਹਾਗ ਭਾਗ ਵਾਲੀ ਹੈ, ਜੋ ਭਾਵ ਹੈ ਬੇਪਰਵਾਹ, ਜੋ ਬੇਪਰਵਾਹ ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਜੋ ਪ੍ਰਭੂ ਨੂੰ ਭਾਉਂਦੀ ਹੈ। ਤਾਂ ਇਹ ਸਾਰੇ ਸ਼ਲੋਕ ਦਾ ਭਾਵ ਕੀ ਹੋ ਗਿਆ ਕਿ ਪ੍ਰਭੂ ਅਗੰਮ ਅਥਾਹ ਹੈ, ਬੇਪਰਵਾਹ ਹੈ, ਔਰ ਉਹ ਜੀਵ ਇਸਤਰੀ ਹੀ ਪ੍ਰਭੂ ਦੀ ਪਿਆਰੀ ਜਾਂ ਪਿਆਰ ਵਾਲੀ ਹੋ ਸਕਦੀ ਹੈ, ਜੋ ਉਸ ਪ੍ਰਭੂ ਨੂੰ ਭਾਉਂਦੀ ਹੈ, ਯਾਨੀ ਜੋ ਪ੍ਰਭੂ ਦੀ ਰਜ਼ਾ ਔਰ ਭਾਣੇ ਦੇ ਵਿੱਚ ਤੁਰਦੀ ਹੈ ਹਰ ਸਮੇਂ। ਸਾਹੁਰੇ ਪਈਏ ਦਾ ਮਤਲਬ ਹਰ ਸਮੇਂ, ਹਰ ਪਲ ਜੋ ਪ੍ਰਭੂ ਦੀ ਰਜ਼ਾ ਭਾਣੇ ਵਿੱਚ ਤੁਰਦੀ ਹੈ, ਉਸ ਜੀਵ ਨੂੰ ਸੁਹਾਗਣੀ ਕਿਹਾ ਜਾ ਸਕਦਾ ਹੈ। ਤਾਂ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਜੋ ਬਾਹਰੀ ਸਾਡੇ ਕਰਮ ਕਾਂਡ ਨੇ, ਜਿੰਨੇ ਮਰਜ਼ੀ ਕਰ ਲਓ, ਵਰਤ ਨਰਾਤੇ ਨੇ, ਤੀਰਥ ਯਾਤਰਾਵਾਂ ਨੇ, ਜਾਂ ਵਿਖਾਵੇ ਦੀ ਪਾਠ ਪੂਜਾ ਹੈ, ਜਾਂ ਜਪ ਤਪ ਸੰਜਮ ਨੇ, ਜਿੰਨੇ ਮਰਜ਼ੀ ਕਰ ਲਓ, ਪਰ ਜੇ ਰੱਬੀ ਰਜ਼ਾ ਵਿੱਚ ਨਹੀਂ ਤੁਰੇ, ਜੇ ਰੱਬੀ ਗੁਣਾਂ ਦੇ ਧਾਰਨੀ ਨਹੀਂ ਹੋਏ, ਤਾਂ ਇਹ ਵਿਖਾਵੇ ਦੇ ਜੋ ਕਰਮ ਨੇ ਉਹ ਸਾਡੀ ਪ੍ਰੀਤ ਪ੍ਰਭੂ ਦੇ ਨਾਲ ਨਹੀਂ ਬਣਾ ਸਕਣਗੇ, ਸਾਡੀ ਜ਼ਿੰਦਗੀ ਅੰਦਰ ਸੁੱਖ ਸ਼ਾਂਤੀ ਨਹੀਂ ਆ ਸਕੇਗੀ। ਇਸ ਲਈ ਰੱਬੀ ਰਜ਼ਾ ਦੇ ਵਿੱਚ ਤੁਰਨ ਵਾਲੇ ਮਨੁੱਖ, ਇਸਤਰੀਆਂ, ਪੁਰਸ਼ ਹੀ ਚੰਗੇ ਸੋਹਣੇ ਜੀਵਨ ਵਾਲੇ ਨੇ। ਸੰਭ ਹੀ
ਸੁੱਤੀ ਆਏ ਨਚਿੰਦ, ਫਰੀਦਾ ਰਹੀ ਸੋ ਬੇੜੀ ਹਿੰਦ ਦੀ, ਗਈ ਕਥੂਰੀ ਗੰਧ। ਇੱਥੇ ਸ਼ਬਦ ਲਿਖਿਆ ਹੈ ਨਾਤੀ। ਇਹਨੂੰ ਨਾਤੀ ਨਹੀਂ ਪੜਨਾ, ਨੰਨੇ ਦੇ ਥੱਲੇ ਅੱਧਾ ਹਾ ਲਾ ਕੇ ਨਾਤੀ। ਨਾਤੀ ਤੋਂ ਉੱਤੀ ਸੰਭਹੀ ਹੋਣਾ। ਹੁਣ ਬਾਬਾ ਫਰੀਦ ਜੀ ਕਹਿੰਦੇ ਨੇ, ਜੇ ਕੋਈ ਇਸਤਰੀ ਦੁਨਿਆਵੀ ਪ੍ਰਮਾਣ ਲਈ ਪਹਿਲਾਂ ਲੈ ਕੇ ਵੇਖ ਲਓ ਕਿ ਜੇ ਕੋਈ ਇਸਤਰੀ ਨਹਾ ਧੋ ਕੇ, ਤਿਆਰ ਹੋ ਕੇ, ਮੇਕਅਪ ਕਰਕੇ ਪਤੀ ਦੇ ਮਿਲਣ ਦੀ ਆਸ ਵਿੱਚ ਤਿਆਰ ਹੋਵੇ ਔਰ ਪਤੀ ਦੇ ਨਾਲ ਨਾ ਮਿਲੇ ਤੇ ਸੌਂ ਜਾਏ, ਨੀਂਦ ਵਿੱਚ ਚਲੀ ਜਾਏ, ਸੌਂ ਜਾਏ, ਤੇ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਰਹੀ ਸੋ ਬੇੜੀ ਹਿੰਦ ਦੀ। ਇਹਨੂੰ ਹਿੰਗ ਨਹੀਂ ਪੜਨਾ, ਹਿੰਗ ਨੰਨਾ ਬੁਲਾਣਾ ਹੈ, ਨੰਨਾ। ਰਹੀ ਸੋ ਬੇੜੀ ਹਿੰਗ ਦੀ। ਬੇੜੀ, ਇਹਨੂੰ ਬੇੜੀ ਪੋਲਾ ਨਹੀਂ ਪੜਨਾ, ਬੇੜੀ ਪੜਨਾ ਹੈ, ਬੇੜੀ। ਬੇੜੀ ਦਾ ਮਤਲਬ ਵੇੜੀ ਹੋਈ, ਲਿਬੜੀ ਹੋਈ। ਹਿੰਗ ਦਾ ਮਤਲਬ ਹੈ ਹਿੰਗ, ਜੋ ਅਸੀਂ ਸਬਜ਼ੀਆਂ ਭਾਜੀਆਂ ਵਿੱਚ ਵਰਤਦੇ ਹਾਂ। ਕਥੂਰੀ ਦਾ ਮਤਲਬ ਕਸਤੂਰੀ, ਤੇ ਗੰਧ ਦਾ ਮਤਲਬ ਹੈ ਖੁਸ਼ਬੂ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਉਹਦੀ ਕਸਤੂਰੀ ਵਾਲੀ ਸੁਗੰਧ ਤਾਂ ਉੱਡ ਗਈ ਤੇ ਹਿੰਗ ਦੀ ਬੋ ਦੇ ਨਾਲ ਭਰੀ ਹੋਈ ਉਹ ਰਹਿ ਗਈ। ਹੁਣ ਇੱਥੇ ਗੱਲ ਆਮ ਔਰਤ ਦੀ ਨਹੀਂ ਹੈ, ਇੱਥੇ ਗੱਲ ਹੈ ਹਰ ਇਨਸਾਨ ਦੀ, ਇਸਤਰੀਆਂ ਪੁਰਸ਼ ਜਿੰਨੇ ਵੀ ਇਸ ਦੁਨੀਆ ਵਿੱਚ ਅਸੀਂ ਜ਼ਿੰਦਗੀ ਜੀ ਰਹੇ ਹਾਂ। ਨਾਤੀ ਧੋਤੀ ਸੰਭੀ ਦਾ ਮਤਲਬ ਕੋਈ ਨਾਵੇ ਧੋਵੇ ਔਰ ਤਿਆਰੀ ਰੱਖੇ ਆਪਣੀ ਪੂਰੀ, ਤੀਰਥਾਂ ਤੇ ਇਸ਼ਨਾਨ ਕਰੇ ਔਰ ਆਪਣੇ ਸਰੀਰ ਦੀ ਜਿਹੜੀ ਹੈ ਪਵਿੱਤਰਤਾ ਰੱਖੇ ਔਰ ਧਾਰਮਿਕ ਪਹਿਨਾਵੇ ਵੀ ਪਹਿਨੇ। ਧਾਰਮਿਕ ਪਹਿਨਾਵੇ ਪਹਿਨੇ, ਤੀਰਥਾਂ ਤੇ ਨਹਾਏ, ਸੁਚਮਤਾ ਰੱਖੇ, ਲੇਕਿਨ ਸੁੱਤੀ ਹੋਈ ਨਚਿੰਦ ਫਿਰ ਨਿਸ਼ਚਿੰਤ ਹੋ ਕੇ ਸੌਂ ਜਾਏ, ਗਾਫਲ ਹੋ ਜਾਏ। ਯਾਨੀ ਗੁਣਾਂ ਦਾ ਧਾਰਨੀ ਐਸਾ ਬੰਦਾ ਜੇ ਨਾ ਹੋਵੇ, ਸੱਚਾਈ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਮਿਲਵਰਤਨ, ਪਿਆਰ, ਮੁਹੱਬਤ, ਨਿਰਭੈਤਾ, ਨਿਰਵੈਰਤਾ, ਇਹਨਾਂ ਗੁਣਾਂ ਦਾ ਧਾਰਨੀ ਨਾ ਹੋਵੇ, ਰੱਬੀ ਰਜ਼ਾ ਵਿੱਚ ਨਾ ਹੋਵੇ, ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਇਹ ਤੇ ਐਵੇਂ ਕਸਤੂਰੀ ਦੀ ਸੁਗੰਧ ਤੇ ਖਤਮ ਹੋ ਜਾਏ ਤੇ ਹਿੰਗ ਦੇ ਨਾਲ ਲਿਬੜਿਆ ਹੋਇਆ ਬੰਦਾ ਰਹਿ ਜਾਏ। ਹਿੰਗ ਦੇ ਵਿੱਚੋਂ ਬਦਬੂ ਆਉਂਦੀ ਹੈ ਨਾ, ਥੋੜੀ ਮਾੜੀ ਹਿੰਗ ਦੀ ਬਦਬੂ। ਤਾਂ ਇੱਥੇ ਗੱਲ ਹਿੰਗ ਔਰ ਕਸਤੂਰੀ ਦੀ ਨਹੀਂ ਹੈ ਕੇਵਲ, ਇਹ ਪ੍ਰਮਾਣ ਹੈ, ਮਿਸਾਲ ਹੈ, ਔਰਤ ਦੀ ਇੱਕ ਮਿਸਾਲ ਲਈ ਹੈ। ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਜੇ ਕੋਈ ਇਨਸਾਨ ਨਾਤੀ ਧੋਤੀ ਸੰਭੀ, ਨਹਾ ਧੋ ਕੇ ਤਿਆਰ ਰਹੇ, ਯਾਨੀ ਤੀਰਥਾਂ ਤੇ ਇਸ਼ਨਾਨ ਕਰੇ ਔਰ ਬਾਹਰਲਾ ਸਰੂਪ ਬੜਾ ਸੋਹਣਾ ਧਾਰਮਿਕ ਬਣਾਇਆ ਹੋਵੇ ਤੇ ਗਫਲਤ ਵਿੱਚ ਦੀ ਨੀਂਦ ਵਿੱਚ ਰਹੇ, ਸ਼ੁਭ ਗੁਣਾਂ ਦਾ ਧਾਰਨੀ ਨਾ ਹੋਵੇ, ਸਚਾਈ, ਦਇਆ, ਪਿਆਰ, ਮੁਹੱਬਤ, ਨਿਰਭੈਤਾ, ਨਿਰਵੈਰਤਾ, ਰੱਬੀ ਰਜ਼ਾ ਦੇ ਵਿੱਚ ਨਾ ਜੀਵੇ, ਤਾਂ ਗੁਰੂ ਜੀ ਕਹਿੰਦੇ ਨੇ ਉਹਦੀ ਗੁਣਾਂ ਦੀ ਸੁਗੰਧ ਗਵਾਚ ਜਾਏਗੀ, ਉਹਦੇ ਪੱਲੇ ਕੇਵਲ ਦੁਰਗੰਧ ਔਰ ਬਦਬੂ ਰਹਿ ਜਾਏਗੀ, ਦੁੱਖ ਰਹਿ ਜਾਣਗੇ, ਆਤਮਕ ਮੌਤੇ ਉਹ ਬੰਦਾ ਮਰ ਜਾਏਗਾ, ਉਹਦੀ ਜ਼ਿੰਦਗੀ ਅੰਦਰ ਖੁਸ਼ੀ, ਖੇੜੇ, ਆਨੰਦ, ਪ੍ਰਸੰਨਤਾ ਨਹੀਂ ਆਏਗੀ। ਔਰ ਹਕੀਕਤ ਹੈ, ਜਦੋਂ ਅਸੀਂ ਇਸ ਸਮਾਜ ਵੱਲ ਝਾਤ ਮਾਰਦੇ ਹਾਂ ਤਾਂ ਬਹੁ ਗਿਣਤੀ ਜਿਹਦੇ ਵਿੱਚ ਅਸੀਂ ਆਪ ਵੀ ਸ਼ਾਮਲ ਹਾਂ ਕਿ ਬਹੁਤ ਘੱਟ ਲੋਕ ਨੇ ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰੋਂ ਗੁਣਾਂ ਦੀ ਸੁਗੰਧ ਆਉਂਦੀ ਹੈ, ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰੋਂ ਇਨਸਾਨੀਅਤ ਦੀ ਸੁਗੰਧ ਆਉਂਦੀ ਹੈ, ਜਿਨ੍ਹਾਂ ਦੇ ਉੱਤੇ ਪੂਰਨ ਤੌਰ ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ। ਥੋੜੇ ਘੱਟ ਲੋਕ ਮਿਲਦੇ ਨੇ ਨਾ, ਇਹ ਨਹੀਂ ਕਿ ਨਹੀਂ ਹੈ ਨੇ, ਲੇਕਿਨ ਬਹੁ ਗਿਣਤੀ। ਜਦੋਂ ਅਸੀਂ ਗੱਲਬਾਤ ਕਰਾਂਗੇ ਜਾਂ ਅਸੀਂ ਆਪ ਵੇਖਾਂਗੇ ਤਾਂ ਕੀ ਕਦੀ ਅਸੀਂ ਕਿਸੇ ਦੀ ਚੁਗਲੀ ਨਿੰਦਾ ਕਰ ਰਹੇ ਹਾਂ, ਕਦੀ ਬੰਦਾ ਨੈਗੇਟਿਵ ਬੋਲ ਰਿਹਾ ਹੈ, ਸਮੱਸਿਆਵਾਂ ਦੀ ਗਿਣਤੀ ਕਰ ਰਿਹਾ ਹੈ, ਜਿੱਥੇ ਜਾਂਦਾ ਹੈ ਉੱਥੇ ਕੋਈ ਨਾ ਕੋਈ ਕਮੀ ਔਰ ਦੋਸ਼ ਹੀ ਵੇਖਦਾ ਹੈ। ਰਿਸ਼ਵਤਖੋਰੀ, ਚੋਰ ਬਾਜ਼ਾਰੀ, 2 ਨੰਬਰ ਦੇ ਧੰਦੇ, ਵਿਚਾਰ, ਗੈਰ ਇਨਸਾਨੀਅਤ, ਜਾਤੀਵਾਦ, ਇਹ ਤੇ ਚਾਰ ਚੁਫੇਰੇ ਫੈਲਿਆ ਹੋਇਆ ਦਿਸਦਾ ਹੈ। ਤਾਂ ਬਦਬੂ ਰਹਿ ਗਈ ਨਾ। ਕਾਰਨ
ਕਾਰਨ ਸਿਰਫ ਵਿਖਾਵੇ ਦੇ ਕਰਮ ਕੀਤੇ, ਸਰੀਰਕ ਸੁਚਮਤਾ ਨੂੰ, ਤੀਰਥ ਇਸ਼ਨਾਨ ਆਦਿਕ ਨੂੰ ਹੀ ਧਰਮ ਸਮਝ ਲਿਆ। ਤਾਂ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਸਰੀਰਕ ਸਫਾਈ ਜਿਹੜੀ ਰੱਖਣੀ ਉਹ ਹਰ ਬੰਦੇ ਦਾ ਹੱਕ ਵੀ ਹੈ, ਫਰਜ਼ ਵੀ ਹੈ। ਲੇਕਿਨ ਜੇ ਕੋਈ ਕੇਵਲ ਬਾਹਰੀ ਭੇਖ ਨੂੰ, ਸਰੀਰਕ ਪਵਿੱਤਰਤਾ ਨੂੰ, ਤੀਰਥ ਇਸ਼ਨਾਨਾਂ ਆਦਿਕ ਨੂੰ ਹੀ ਧਰਮ ਸਮਝ ਲਵੇ ਤਾਂ ਇਹ ਉਹਦੀ ਭੁੱਲ ਹੋਏਗੀ। ਅਸਲ ਦੇ ਅੰਦਰ, ਜ਼ਿੰਦਗੀ ਦੇ ਅੰਦਰ ਸੁਗੰਧ ਗੁਣਾ ਦੀ ਪੈਦਾ ਕਰਨੀ ਹੈ। ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈ ਜੈ, ਜੇ ਗੁਣ ਹੋਣ ਸਾਜਨੇ ਮਿਲ ਸਾਂਝ ਕਰੀ ਜੈ। ਗੁਣਾ ਦੀ ਸਾਂਝ ਕਰਨੀ ਹੈ, ਗੁਣਾ ਵਾਲੀ ਜ਼ਿੰਦਗੀ ਜੀਣੀ ਹੈ, ਤਾਂ ਸਾਡੇ ਜੀਵਨ ਦੇ ਅੰਦਰ ਸੁਖ ਸ਼ਾਂਤੀ ਵੀ ਆ ਸਕਦੀ ਹੈ ਔਰ ਸਾਡਾ ਇਹ ਸੰਸਾਰ ਔਰ ਸਮਾਜ ਵੀ ਸੁਹਾਵਣਾ ਹੋ ਸਕਦਾ ਹੈ। ਅਗਲਾ ਬਚਨ ਕਰਦੇ ਨੇ, ਜੋਬਨ ਜਾਂਦੇ ਨਾ ਡਰਾਂ, ਜੇ ਸ਼ੋਹ ਪ੍ਰੀਤ ਨਾ ਜਾਏ, ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਜੋਬਨ ਦਾ ਮਤਲਬ ਜਵਾਨੀ, ਸ਼ੋਹ ਦਾ ਮਤਲਬ ਖਸਮ। ਇੱਥੇ ਸੱਸਾ ਹਾਹਾ ਲਿਖਿਆ ਹੈ, ਇਹਨੂੰ ਸਹਿ ਨਹੀਂ ਪੜਨਾ, ਇਹ ਸ਼ੁੱਧ ਸ਼ਬਦ ਹੈ ਸ਼ੋਹ। ਸ਼ੋਹ ਦਾ ਮਤਲਬ ਖਸਮ, ਮਾਲਕ। ਜੋਬਨ ਜਾਂਦੇ ਨਾ ਡਰਾਂ, ਜੇ ਸ਼ੋਹ ਪ੍ਰੀਤ ਨਾ ਜਾਏ। ਜੇ ਖਸਮ ਦੇ ਨਾਲ ਮੇਰੀ ਪ੍ਰੀਤ ਨਾ ਟੁੱਟੇ ਤਾਂ ਮੈਨੂੰ ਜਵਾਨੀ ਦੇ ਗੁਜ਼ਰ ਜਾਣ ਦਾ ਕੋਈ ਡਰ ਨਹੀਂ, ਚਿੰਤਾ ਨਹੀਂ ਹੈ। ਜੇ ਜਵਾਨੀ ਪ੍ਰਭੂ ਦੀ ਪ੍ਰੀਤ ਵਿੱਚ ਗੁਜ਼ਰ ਜਾਏ, ਰੱਬੀ ਗੁਣਾ ਦੇ ਵਿੱਚ ਗੁਜ਼ਰੇ, ਜੇ ਮੇਰੀ ਜਵਾਨੀ ਦੇ ਅੰਦਰ ਪ੍ਰੀਤ ਪ੍ਰਭੂ ਦੇ ਗੁਣਾ ਨਾਲ ਬਣੀ ਰਹੇ, ਰੱਬੀ ਰਜ਼ਾ ਦੇ ਨਾਲ ਬਣੀ ਰਹੇ, ਮੇਰੀ ਪ੍ਰੀਤ ਬਣੀ ਰਹੇ ਰੱਬੀ ਗੁਣਾ ਦੇ ਨਾਲ, ਤਾਂ ਮੈਨੂੰ ਜਵਾਨੀ ਦੀ ਕੁਰਬਾਨੀ ਦੇਣ ਦੀ ਕੋਈ ਚਿੰਤਾ ਨਹੀਂ ਹੈ। ਮੈਨੂੰ ਬੁੱਢੇ ਹੋਣ ਦੀ ਕੋਈ ਚਿੰਤਾ ਨਹੀਂ ਕਿ ਮੇਰੇ ਵਾਲ ਚਿੱਟੇ ਆ ਜਾਣਗੇ, ਮੈਂ ਬੁੱਢਾ ਹੋ ਜਾਵਾਂਗਾ ਜਾਂ ਕੁਛ ਹੋ ਜਾਏਗਾ। ਲੇਕਿਨ ਜਵਾਨੀ ਗੁਜ਼ਰੇ ਕਿਵੇਂ? ਰੱਬੀ ਪ੍ਰੀਤ ਵਿੱਚ, ਗੁਣਾ ਦੇ ਅੰਦਰ, ਤਾਂ ਇਹ ਜਵਾਨੀ ਸਫਲੀ ਹੋਏਗੀ। ਧੰਨ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਬਚਨ ਹੈ ਨਾ, ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਜੇ ਜਵਾਨੀ ਦੇ ਵਿੱਚ ਗੁਣ ਨਹੀਂ, ਜੇ ਜਵਾਨ ਉਮਰ ਵਿੱਚ ਇਨਸਾਨੀਅਤ ਨਹੀਂ, ਜੇ ਭਲਾ ਕਰਨ ਦੀ ਭਾਵਨਾ ਨਹੀਂ, ਨਿਰਭੈਤਾ ਨਿਰਵੈਰਤਾ ਨਹੀਂ, ਤਾਂ ਜਵਾਨੀ ਦੇ ਅੰਦਰ ਜੋਸ਼ ਤੇ ਹੈ, ਤਾਕਤ ਤੇ ਹੈ। ਤੇ ਜੇ ਜਵਾਨ ਉਮਰ ਵਿੱਚ ਬੰਦਾ ਸ਼ੁਭ ਗੁਣਾਂ ਦੇ ਨਾਲੋਂ, ਇਨਸਾਨੀਅਤ ਨਾਲੋਂ ਟੁੱਟਿਆ ਹੋਏਗਾ ਤੇ ਉਹ ਕੀ ਕਰੇਗਾ? ਵਿਕਾਰ ਕਮਾਏਗਾ, ਦੁਖੀ ਹੋਏਗਾ, ਤੇ ਕੇਵਲ ਆਪ ਦੁਖੀ ਨਹੀਂ ਹੋਏਗਾ, ਉਹ ਦੂਜਿਆਂ ਨੂੰ ਵੀ ਦੁਖੀ ਕਰੇਗਾ। ਬੇਗਾਨਾ ਹੱਕ ਖਾਏਗਾ, ਰਿਸ਼ਵਤਖੋਰੀ, ਚੋਰ ਬਜ਼ਾਰੀ, ਵਿਭਚਾਰ ਕਮਾਏਗਾ, ਕਿਸੇ ਦੀ ਇੱਜ਼ਤ ਲੁੱਟੇਗਾ, ਤਾਂ ਪ੍ਰੋਬਲਮ ਕ੍ਰੀਏਟ ਹੋਏਗੀ ਨਾ। ਇਸ ਲਈ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਜਵਾਨ ਉਮਰ ਦੇ ਅੰਦਰ ਰੱਬੀ ਗੁਣ ਹੋਣੇ ਚਾਹੀਦੇ ਨੇ, ਰੱਬੀ ਰਜ਼ਾ ਦੇ ਵਿੱਚ ਤੁਰਨਾ ਚਾਹੀਦਾ ਹੈ, ਵਿਕਾਸ ਵਾਲੇ ਪਾਸੇ ਜਾਣਾ ਚਾਹੀਦਾ ਹੈ। ਜਵਾਨੀ ਤਾਂ ਸਫਲੀ ਹੈ। ਤੇ ਜੇ ਜਵਾਨ ਉਮਰ ਦੇ ਅੰਦਰ ਕੁਝ ਵੀ ਨਹੀਂ ਕੀਤਾ, ਚੰਗੇ ਗੁਣ ਨਹੀਂ ਅਪਣਾਏ, ਦੁਨਿਆਵੀ ਚੰਗੀ ਵਿਦਿਆ ਪ੍ਰਾਪਤ ਨਹੀਂ ਕੀਤੀ, ਮਾਂ-ਬਾਪ ਦੀ ਸੇਵਾ ਨਹੀਂ ਕੀਤੀ, ਸਮਾਜ ਵਾਸਤੇ ਕੁਝ ਫਰਜ਼ ਨਹੀਂ ਨਿਭਾਏ, ਜਾਂ ਪੜ੍ਹ ਲਿਖ ਕੇ ਕੋਈ ਚੰਗੀ ਖੋਜ ਨਹੀਂ ਕੀਤੀ, ਜਾਂ ਧਰਮੀ ਜ਼ਿੰਦਗੀ ਚੰਗੀ ਨਹੀਂ ਜੀਵੀ, ਤਾਂ ਜਵਾਨੀ ਤਾਂ ਬੇਕਾਰ ਹੈ ਨਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਉਂ ਐਸਾ ਕਰਨ ਦੀ ਲੋੜ ਹੈ, ਸ਼ੁਭ ਗੁਣਾਂ ਨਾਲ ਜੁੜਨ ਦੀ ਕਿਉਂ ਲੋੜ ਹੈ? ਬਾਬਾ ਫਰੀਦ ਜੀ ਅਗਲੀ ਪੰਕਤੀ ਵਿੱਚ ਜਵਾਬ ਦੇ ਰਹੇ ਨੇ, ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਕਿਤੀ ਦਾ ਮਤਲਬ ਕਿੰਨੇ ਹੀ, ਕਿੰਨਿਆਂ ਦੇ ਹੀ। ਫਰੀਦ ਜੀ ਕਹਿੰਦੇ ਨੇ, ਪ੍ਰੀਤ ਤੋਂ ਸਖਣੇ, ਰੱਬੀ ਗੁਣਾਂ ਦੀ ਪ੍ਰੀਤ ਤੋਂ ਸਖਣੇ, ਕਿੰਨੇ ਹੀ ਜੋਬਨ ਕੁਮਲਾ ਕੇ ਸੁੱਕ ਗਏ। ਜੋਬਨ ਕੁਮਲਾ ਗਏ, ਜੋਬਨ ਕੁਮਲਾ ਗਏ। ਇੱਕ ਨਿੱਕੀ ਜੀ ਕਲੀ ਜਿਸ ਨੇ ਫੁੱਲ ਬਣ ਕੇ ਸੁਗੰਧ ਵੰਡਣੀ ਸੀ, ਉਹ ਫੁੱਲ ਬਣਨ ਤੋਂ ਪਹਿਲਾਂ ਹੀ ਕੁਮਲਾ ਗਈ। ਇੱਕ ਨਿੱਕਾ ਜਿਹਾ ਰੁੱਖ ਜਿਹੜਾ ਉੱਗਿਆ ਸੀ, ਪੇੜ ਜਿੰਨੇ ਵੱਡਾ ਹੋ ਕੇ ਫਲ ਦੇਣੇ ਸਨ, ਉਹ ਉੱਥੋਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਕੁਮਲਾ ਗਿਆ। ਤਾਂ ਕਿੰਨੀਆਂ ਜਵਾਨੀਆਂ ਨੇ ਜੋ ਸੁੱਕ ਗਈਆਂ, ਜੋ ਕੁਮਲਾ ਗਈਆਂ, ਜਿਨ੍ਹਾਂ ਦੇ ਅੰਦਰ ਬਸੰਤ ਬਹਾਰ ਆਈ ਹੀ ਨਹੀਂ।
ਸਤ ਸੰਤੋਖ ਦਇਆ ਧਰਮ ਧੀਰਜ ਗਿਆਨ ਵਿਰਾਗ ਨਿਮਾਨਤਾ ਸੇਵਾ ਸਿਮਰਨ ਪ੍ਰੇਮ ਕੁਰਬਾਨੀ ਦੇ ਜਜ਼ਬੇ ਜੋ ਪੈਦਾ ਹੋਣੇ ਸਨ ਉਹ ਹੋਏ ਹੀ ਨਹੀਂ। ਵਿਕਾਸਤਾ ਨਹੀਂ ਆਈ, ਵਿਕਾਸਤਾ ਨਹੀਂ ਆਈ, ਚੜ੍ਹਦੀ ਕਲਾ ਨਹੀਂ ਪੈਦਾ ਹੋਈ, ਉਹਨਾਂ ਦੇ ਅੰਦਰ ਪੋਜ਼ਿਟਿਵਿਟੀ ਪੈਦਾ ਨਹੀਂ ਹੋਈ, ਔਰ ਜਵਾਨ ਉਮਰ ਦੇ ਅੰਦਰ ਹੀ ਉਹ ਵਿਕਾਰਾਂ ਵਿੱਚ ਖਚਤ ਹੋ ਗਏ, ਚਿੰਤਾ ਰੋਗ ਦੇ ਸ਼ਿਕਾਰ ਹੋ ਗਏ, ਡਿਪਰੈਸ਼ਨ ਦੇ ਸ਼ਿਕਾਰ ਹੋ ਗਏ, ਇਨਫੀਰੀਓਰਿਟੀ ਕੰਪਲੈਕਸ ਦੇ ਸ਼ਿਕਾਰ ਹੋ ਗਏ ਤੇ ਹੋਰ ਵਿਕਾਰਾਂ ਵਿੱਚ ਪੈ ਕੇ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਲਿਆ। ਤਾਂ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਜੇ ਸ਼ੁਭ ਗੁਣਾਂ ਦੇ ਨਾਲੋਂ ਟੁੱਟ ਜਾਓਗੇ ਤਾਂ ਜੀਵਨ ਕੁਮਲਾ ਜਾਏਗਾ, ਜੀਵਨ ਕੁਮਲਾ ਜਾਏਗਾ, ਔਰ ਜਵਾਨੀ ਵਿੱਚ ਹੀ ਬੁਢੇਪਾ ਆ ਜਾਏਗਾ, ਬਚਪਨ ਤੋਂ ਸਿੱਧੇ ਬੁੱਢੇ ਹੀ ਹੋ ਜਾਓਗੇ। ਔਰ ਹਕੀਕਤ ਤੇ ਦੇਖੋ ਇਸ ਦੁਨੀਆ ਵਿੱਚ ਕਿੰਨੇ ਸਾਰੇ 25-25, 30-30 ਸਾਲ ਦੇ, 32-32, 35-35 ਸਾਲ ਦੇ ਬੁੱਢੇ ਤੁਰੇ ਫਿਰਦੇ ਨੇ। ਬੁੱਢੇ ਦਾ ਮਤਲਬ ਇਹ ਨਹੀਂ ਕਿ ਸਰੀਰ ਕਰਕੇ ਬੁੱਢੇ ਨੇ, ਆਤਮਿਕ ਤੌਰ ਤੇ ਬੁਢੇਪਾ ਆ ਗਿਆ। ਜਿਵੇਂ ਆਪਾਂ ਪਹਿਲਾਂ ਕਈ ਵਾਰ ਵਿਚਾਰ ਕੀਤੀ ਹੈ, ਅੱਖਾਂ ਦੇ ਨਾਲ ਦਿਸਣਾ ਚਾਹੀਦਾ ਸੀ ਨਾ ਹਰ ਇੱਕ ਵਿੱਚ ਰੱਬੀ ਜੋਤ, ਪਰ ਨਹੀਂ ਦਿਸਦੀ, ਅੱਖਾਂ ਬੁੱਢੀਆਂ ਹੋ ਗਈਆਂ। ਕੰਨਾਂ ਨਾਲ ਸੁਣਨੀ ਸੀ ਪੋਜ਼ਿਟਿਵ ਥਿੰਕਿੰਗ, ਸਕਾਰਾਤਮਕ ਸੋਚ, ਗੁਣਾਂ ਦੀ ਗੱਲ, ਸੱਚਾਈ ਦੀ ਗੱਲ, ਪਰ ਕੰਨਾਂ ਦੇ ਨਾਲ ਬੰਦਾ ਨਹੀਂ ਸੁਣਦਾ, ਕੰਨਾਂ ਵਿੱਚ ਬੁਢੇਪਾ ਆ ਗਿਆ। ਹੱਥਾਂ ਨਾਲ ਕੁਝ ਸ਼ੁਭ ਕਰਨਾ ਸੀ ਪਰ ਨਹੀਂ ਜੀ ਕਰਦਾ ਤਾਂ ਹੱਥ ਬੁੱਢੇ ਹੀ ਹੋ ਗਏ ਨਾ। ਪੈਰਾਂ ਨਾਲ ਚੰਗੇ ਰਾਹਾਂ ਤੇ ਤੁਰਨਾ ਸੀ ਤੇ ਪੈਰਾਂ ਵਿੱਚ ਤੇ ਬੁਢੇਪਾ ਆ ਗਿਆ, ਕੁਮਲਾ ਗਏ ਨਾ ਪੈਰ। ਮਨ ਦੇ ਅੰਦਰ ਪੋਜ਼ਿਟਿਵਿਟੀ ਹੋਣੀ ਚਾਹੀਦੀ ਸੀ ਪਰ ਮਨ ਕੁਮਲਾ ਗਿਆ। ਜ਼ਬਾਨ ਦੇ ਅੰਦਰ ਸਕਾਰਾਤਮਕ ਬੋਲ ਚਾਹੀਦੇ ਸਨ, ਮਿੱਠੇ ਪਿਆਰੇ ਬੋਲ ਜਿਨ੍ਹਾਂ ਦੇ ਨਾਲ ਦੁਨੀਆ ਨੂੰ ਖੁਸ਼ੀ ਮਿਲਦੀ, ਆਪ ਨੂੰ ਵੀ ਖੁਸ਼ੀ ਮਿਲਦੀ। ਪਰ ਜ਼ਬਾਨ ਤੇ ਐਸੇ ਬੋਲ ਨਹੀਂ ਤਾਂ ਇਹ ਮੁਰਝਾ ਗਈ ਨਾ ਜ਼ਬਾਨ। ਕਿੰਨੀਆਂ ਜਵਾਨੀਆਂ, ਕਿੰਨੇ ਲੋਕਾਂ ਤੇ ਜਵਾਨੀ ਆਉਣੀ ਸੀ, ਜੋਬਨ ਆਉਣਾ ਸੀ, ਚੜ੍ਹਦੀ ਕਲਾ ਵਾਲਾ, ਇਨਸਾਨੀਅਤ ਵਾਲਾ, ਪਰ ਉਹ ਜੋਬਨ ਆਇਆ ਹੀ ਨਹੀਂ, ਉਹ ਜੋਬਨ ਹੀ ਕੁਮਲਾ ਗਿਆ। ਤਾਂ ਇਸ ਲਈ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ ਕਿ ਜੇ ਇਹ ਜਵਾਨੀ, ਜੇ ਇਹ ਜ਼ਿੰਦਗੀ ਰੱਬੀ ਗੁਣਾਂ ਦੇ ਨਾਲ ਗੁਜ਼ਰਦੀ ਏ ਤਾਂ ਇਹ ਜਵਾਨੀ ਸਫਲੀ ਏ, ਫਿਰ ਕੋਈ ਡਰ ਨਹੀਂ ਹੈ। ਤੇ ਜੇ ਇਹ ਰੱਬੀ ਗੁਣਾਂ ਦੇ ਨਾਲੋਂ ਬੰਦਾ ਟੁੱਟ ਕੇ ਜਿੰਦਾ ਹੈ ਤਾਂ ਫਿਰ ਅਨੇਕਾਂ ਜੀਵਨ ਜਿਵੇਂ ਕੁਮਲਾ ਗਏ ਨੇ ਨਾ, ਜੋਬਨ ਜਵਾਨੀਆਂ ਕੁਮਲਾ ਗਈਆਂ ਨੇ, ਉਵੇਂ ਤੇਰੀ ਜ਼ਿੰਦਗੀ ਵੀ ਕੁਮਲਾ ਜਾਏਗੀ। ਇਸ ਲਈ ਇਹ ਜੀਵਨ ਐਵੇਂ ਬੇਕਾਰ ਨਾ ਚਲਾ ਜਾਏ। ਇਸ ਜੀਵਨ ਦੇ ਅੰਦਰ ਸਾਨੂੰ ਸ਼ੁਭ ਗੁਣਾਂ ਨਾਲ ਜੁੜਨ ਦਾ ਯਤਨ ਕਰਨਾ ਚਾਹੀਦਾ ਹੈ ਔਰ ਆਪਣੇ ਜੀਵਨ ਨੂੰ ਸਫਲ ਕਰਨਾ ਚਾਹੀਦਾ ਹੈ। ਜਦੋਂ ਅਸੀਂ ਸੱਚ ਨਾਲ ਨਹੀਂ ਜੁੜਾਂਗੇ, ਜਦੋਂ ਇਹ ਜੋਬਨ ਕੁਮਲਾਏਗਾ ਤਾਂ ਫਿਰ ਕੀ ਹੋਏਗਾ? ਅਗਲੇ ਸ਼ਲੋਕ ਵਿੱਚ ਹੋਰ ਖੋਲ ਰਹੇ ਨੇ, ਫਰੀਦਾ ਚਿੰਤ ਖਟੋਲਾ ਵਾਣ ਦੁਖ ਬਿਰਹਿ ਵਿਛਾਵਣ ਲੇਵ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਚਿੰਤ ਦਾ ਮਤਲਬ ਚਿੰਤਾ, ਖਟੋਲਾ ਦਾ ਮਤਲਬ ਨਿੱਕੀ ਜੀ ਮੰਜੀ, ਨਿੱਕੀ ਜੀ ਮੰਜੀ। ਬਿਰਹਿ ਦਾ ਮਤਲਬ ਵਿਛੋੜਾ, ਵਿਛੋੜੇ ਦੇ ਅੰਦਰ ਤੜਪਣਾ, ਤੇ ਵਿਛਾਵਣ ਦਾ ਮਤਲਬ ਹੈ ਧੁਲਾਈ। ਬਾਬਾ ਫਰੀਦ ਜੀ ਕਹਿੰਦੇ ਨੇ ਰੱਬੀ ਯਾਦ ਨੂੰ ਭੁਲਾ ਕੇ ਜਿਹੜੀ ਚਿੰਤਾ ਹੈ ਉਹ ਸਾਡੀ ਨਿੱਕੀ ਜੀ ਮੰਜੀ ਬਣੀ ਪਈ ਹੈ। ਹੁਣ ਮੰਜੇ ਤੇ ਖੁੱਲੇ ਤੇ ਅਸੀਂ ਆਰਾਮ ਨਾਲ ਸੌਣਾ ਸੀ ਨਾ, ਤੇ ਘਰ ਦੇ ਵਿੱਚ ਕਈ ਨਿੱਕੀਆਂ ਮੰਜੀਆਂ ਹੁੰਦੀਆਂ ਨਾ, ਨਿਆਣਿਆਂ ਲਈ ਬਣਵਾਈਆਂ ਨਿੱਕੀਆਂ ਅੱਧੀਆਂ ਕਦੀਆਂ, ਤੇ ਉਹਦੇ ਵਿੱਚ ਜੇ ਸੌਣਾ ਪਵੇ ਤਾਂ ਬੰਦੇ ਕਿਵੇਂ ਗੋਡੇ ਮੋੜ ਕੇ ਗੁੱਛੂ ਮੁੱਛੂ ਜਿਹਾ ਹੋ ਕੇ ਸੌਂਦਾ। ਚਿੰਤਾ ਦੀ ਇੱਕ ਮੰਜੀ ਬਣੀ ਪਈ ਹੈ ਜਿਹਦੇ ਵਿੱਚ ਸਾਡੀ ਜ਼ਿੰਦਗੀ ਗੁਜ਼ਰ ਰਹੀ ਹੈ। ਅਸੀਂ ਆਪਣਾ ਜੀਵਨ ਬਿਤਾਣਾ ਸੀ ਖੁਸ਼ੀਆਂ ਵਿੱਚ, ਅਸੀਂ ਆਪਣਾ ਜੀਵਨ ਬਿਤਾਣਾ ਸੀ ਆਨੰਦ ਵਿੱਚ, ਲੇਕਿਨ ਸਾਡੀ ਜ਼ਿੰਦਗੀ ਚਿੰਤਾ ਵਿੱਚ ਬੀਤ ਰਹੀ ਹੈ। ਕਿੰਨੇ ਲੋਕ ਨੇ ਦੇਖੋ, ਅਮਰੀਕਾ ਵਰਗੇ ਜਿਹੜੇ ਦੁਨੀਆ ਦੇ ਸਭ ਤੋਂ ਅਮੀਰ ਲੋਕ ਨੇ, ਉੱਥੇ ਡਿਪਰੈਸ਼ਨ ਦੇ ਲੋਕ ਜ਼ਿਆਦਾ ਨੇ, ਜੋ ਆਮ ਗਿਣਤੀ ਅਖਬਾਰ ਵਗੈਰਾ ਦੱਸਦੇ ਨੇ। ਮਾਨਸਿਕ ਤਣਾਅ ਜ਼ਿਆਦਾ ਹੈ, ਪੈਸੇ ਦੀ ਕੋਈ ਕਮੀ ਨਹੀਂ, ਕੰਮ ਦੀ ਕੋਈ ਕਮੀ ਨਹੀਂ, ਲੇਕਿਨ ਮਾਨਸਿਕ ਤਣਾਅ ਬੜਾ ਹੈ। ਇਹਨਾਂ ਦੇਸ਼ਾਂ ਵਿੱਚ, ਜਿਨ੍ਹਾਂ ਵਿੱਚ ਪੱਛਮੀ ਦੇਸ਼ਾਂ ਵਿੱਚ ਅਸੀਂ ਬੈਠੇ ਹਾਂ, ਇੱਥੇ ਹੁਣ ਸਹੂਲਤਾਂ ਦੀ ਤੇ ਕੋਈ ਕਮੀ ਨਹੀਂ, ਲੇਕਿਨ ਮਾਨਸਿਕ ਪਰੇਸ਼ਾਨੀਆਂ। ਇੰਡੀਆ ਵਿੱਚ ਦੇਖਦੇ ਹਾਂ, ਉੱਥੇ ਵੀ ਮਾਨਸਿਕ ਪਰੇਸ਼ਾਨੀਆਂ, ਹਰ ਥਾਂ ਦੇ ਉੱਤੇ ਚੀਜ਼ਾਂ ਵੱਧ ਰਹੀਆਂ ਨੇ। ਤੇ ਜੋ ਚਿੰਤਕ ਨੇ, ਬੁੱਧੀਜੀਵੀ ਨੇ,
ਉਹ ਇਹ ਗੱਲ ਕਹਿ ਰਹੇ ਨੇ ਕਿ ਜੇ ਮਨੁੱਖ ਨੇ ਆਪਣੀ ਜੀਵਨ ਸ਼ੈਲੀ ਨੂੰ ਨਾ ਬਦਲਿਆ ਤਾਂ ਆਉਣ ਵਾਲੇ ਸਮੇਂ ਦੇ ਅੰਦਰ ਸ਼ੂਗਰ ਔਰ ਬਲੱਡ ਪ੍ਰੈਸ਼ਰ ਵਗੈਰਾ ਦੀਆਂ ਜੋ ਬਿਮਾਰੀਆਂ ਨੇ ਨਾ, ਇਹ ਡਿਪਰੈਸ਼ਨ ਦਾ ਰੋਗ ਇਹਨਾਂ ਨੂੰ ਪਾਰ ਕਰ ਜਾਏਗਾ। ਅੱਜ ਵੀ ਹਰ 5ਵਾਂ-7ਵਾਂ ਬੰਦਾ ਕਿਸੇ ਨਾ ਕਿਸੇ ਪਰਸਨੈਲਿਟੀ ਡਿਸਆਰਡਰ ਦਾ ਸ਼ਿਕਾਰ ਹੈ, ਮਾਨਸਿਕ ਰੋਗ ਦਾ ਸ਼ਿਕਾਰ ਹੈ। ਇਹ ਗੱਲ ਵੱਖਰੀ ਹੈ ਕਿ ਉਹਨੂੰ ਪਤਾ ਨਹੀਂ ਜਾਂ ਉਹਨੂੰ ਇਲਾਜ ਨਹੀਂ ਮਿਲ ਰਿਹਾ, ਪਰੇਸ਼ਾਨ ਹੈ ਬੰਦਾ। ਜਦੋਂ ਅਸੀਂ ਮਾਨਸਿਕ ਰੋਗਾਂ ਦੀਆਂ ਪੁਸਤਕਾਂ ਪੜ੍ਹਦੇ ਹਾਂ ਤਾਂ ਪਰਸਨੈਲਿਟੀ ਡਿਸਆਰਡਰ ਹਰ ਇਨਸਾਨ ਨੂੰ ਕਿਸੇ ਨਾ ਕੋਈ ਨਾ ਕੋਈ ਹੈ। ਜਿਹੜੇ ਡਾਕਟਰ ਲੋਕ ਨੇ, ਜਦੋਂ ਅਸੀਂ ਤੰਦਰੁਸਤੀ ਦੀ ਗੱਲ ਕਰਦੇ ਹਾਂ ਤਾਂ ਦੇਖੋ, ਇੱਕ ਆਦਮੀ ਉਹਨੂੰ ਸਰੀਰਕ ਬਿਮਾਰੀ ਕੋਈ ਨਹੀਂ ਹੈ, ਪਰ ਜੇ ਉਹਨੂੰ ਕੋਈ ਮਾਨਸਿਕ ਰੋਗ ਹੈ, ਕੋਈ ਪਰਸਨੈਲਿਟੀ ਡਿਸਆਰਡਰ ਹੈ, ਤਾਂ ਡਾਕਟਰ ਉਹਨੂੰ ਤੰਦਰੁਸਤ ਨਹੀਂ ਕਹਿਣਗੇ, ਉਹ ਬਿਮਾਰ ਮੰਨਿਆ ਜਾਏਗਾ, ਕਿਉਂਕਿ ਉਹਦਾ ਮਾਨਸਿਕਤਾ ਠੀਕ ਨਹੀਂ ਹੈ ਨਾ, ਦਿਮਾਗੀ ਤੌਰ ਤੇ ਉਹਨੂੰ ਪ੍ਰੋਬਲਮ ਹੈ, ਤਾਂ ਉਹ ਬਿਮਾਰ ਹੈ ਬੰਦਾ। ਕਈ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਸਰੀਰਕ ਬਿਮਾਰੀ ਵੀ ਕੋਈ ਨਹੀਂ ਹੁੰਦੀ ਤੇ ਮਾਨਸਿਕ ਰੋਗ ਵੀ ਕੋਈ ਨਹੀਂ ਹੁੰਦਾ, ਲੇਕਿਨ ਉਹਨਾਂ ਦਾ ਬਿਹੇਵੀਅਰ ਠੀਕ ਨਹੀਂ, ਉਹਨਾਂ ਦੀ ਬੋਲ ਬਾਣੀ ਠੀਕ ਨਹੀਂ, ਤਾਂ ਡਾਕਟਰ ਲੋਕ ਉਹਨੂੰ ਵੀ ਬਿਮਾਰ ਹੀ ਮੰਨਦੇ ਨੇ, ਕਿਉਂਕਿ ਉਹਦਾ ਵਿਹਾਰਕ ਤੌਰ ਤੇ ਬਿਮਾਰ ਹੈ ਨਾ ਉਹ ਬੰਦਾ। ਤਾਂ ਤੰਦਰੁਸਤ ਬੰਦਾ ਉਹ ਹੈ ਜੋ ਸਰੀਰਕ, ਮਾਨਸਿਕ ਔਰ ਵਿਵਹਾਰਿਕ ਤੌਰ ਤੇ ਠੀਕ ਹੈ, ਉਹਨੂੰ ਅਸੀਂ ਤੰਦਰੁਸਤ ਕਹਿ ਸਕਦੇ ਹਾਂ। ਤਾਂ ਇਹੋ ਜਿਹੇ ਤੰਦਰੁਸਤ ਇਸ ਦੁਨੀਆ ਦੇ ਵਿੱਚ ਕਿੰਨੇ ਕੁ ਲੋਕ ਨੇ ਜੋ ਸਰੀਰਕ, ਮਾਨਸਿਕ ਔਰ ਵਿਹਾਰਿਕ ਤੌਰ ਤੇ ਬਿਲਕੁਲ ਠੀਕ ਹੋਣ? ਚੰਦ ਕੁ ਲੋਕ ਮਿਲਣਗੇ ਤੁਹਾਨੂੰ। ਤਾਂ ਬਾਬਾ ਫਰੀਦ ਜੀ ਕਹਿ ਰਹੇ ਨੇ, ਹੇ ਪ੍ਰਭੂ, ਤੈਨੂੰ ਵਿਸਾਰ ਕੇ, ਤੇਰੇ ਗੁਣਾਂ ਨਾਲੋਂ ਟੁੱਟਣ ਕਰਕੇ ਚਿੰਤਾ ਇੱਕ ਨਿੱਕੀ ਦੀ ਮੰਜੀ ਬਣ ਗਈ ਹੈ। ਵਾਣ ਦੁੱਖ, ਤੇ ਉਹਦਾ ਜਿਹੜਾ ਵਾਣ ਹੈ ਉਹ ਦੁੱਖਾਂ ਦਾ ਹੈ, ਦੁੱਖਾਂ ਦੇ ਨਾਲ ਉਣੀ ਹੈ। ਬਿਰਹਿ ਵਿਛਾਵਣ ਲੇਫ, ਵਿਛਾਵਣ ਦਾ ਮਤਲਬ ਤੁਲਾਈ, ਬਿਰਹਿ ਦਾ ਮਤਲਬ ਵਿਛੋੜਾ। ਜਿਹੜਾ ਵਿਛੋੜਾ ਹੈ, ਵਿਛੋੜੇ ਦੇ ਕਾਰਨ ਜਿਹੜੇ ਦੁੱਖ ਨੇ, ਉਹ ਤਲਾਈ ਤੇ ਲੇਫ ਬਣੇ ਪਏ ਨੇ। ਉਹ ਤਲਾਈ ਤੇ ਲੇਫ, ਵਿਛਾਵਣ ਦਾ ਮਤਲਬ ਤਲਾਈ ਤੇ ਲੇਫ ਦਾ ਮਤਲਬ ਉੱਤੇ ਲੈਣ ਵਾਲੀ ਕੋਈ ਸ਼ੈ, ਰਜਾਈ ਵਗੈਰਾ। ਰਜਾਈ ਤਲਾਈ ਕੀ ਬਣੀ ਪਈ ਹੈ? ਬਿਰਹੋਂ। ਹੁਣ ਇਹ ਚੀਜ਼ ਨੂੰ ਅਸੀਂ ਧਿਆਨ ਦੇ ਨਾਲ ਸਮਝੀਏ ਕਿ ਬੰਦਾ ਚਿੰਤਾ ਦੇ ਵਿੱਚ ਗ੍ਰਸਿਆ ਹੈ ਔਰ ਉਹ ਦੁੱਖ ਵੀ ਭੋਗ ਰਿਹਾ ਹੈ, ਮਾਨਸਿਕ ਵੀ, ਸਰੀਰਕ ਵੀ, ਵਿਵਹਾਰਿਕ ਵੀ। ਤੇ ਇਹ ਸਾਰਾ ਕੁਝ ਕਿਉਂ ਹੈ? ਵਿਛੋੜੇ ਦੇ ਕਾਰਨ। ਤੇ ਵਿਛੋੜਾ ਕਾਹਦਾ ਹੈ? ਗੁਣਾਂ ਦਾ। ਟੁੱਟ ਗਿਆ ਹੈ ਬੰਦਾ ਰੱਬੀ ਰਜ਼ਾ ਨਾਲੋਂ, ਭਾਣੇ ਨਾਲੋਂ, ਸਿਸਟਮ ਨਾਲੋਂ। ਟੁੱਟ ਗਿਆ ਹੈ ਬੰਦਾ ਸਚਾਈ ਨਾਲੋਂ, ਇਹਦਾ ਵਿਛੋੜਾ ਪੈ ਗਿਆ, ਦਇਆ ਨਾਲੋਂ ਵਿਛੋੜਾ ਪੈ ਗਿਆ, ਇਨਸਾਨੀਅਤ ਨਾਲੋਂ ਵਿਛੋੜਾ ਪੈ ਗਿਆ, ਪੋਜ਼ਿਟਿਵਿਟੀ ਨਾਲੋਂ ਵਿਛੋੜਾ ਪੈ ਗਿਆ, ਸਕਾਰਾਤਮਕਤਾ ਨਾਲੋਂ ਵਿਛੜ ਗਿਆ, ਚੜ੍ਹਦੀ ਕਲਾ ਦੇ ਨਾਲੋਂ ਇਹਦਾ ਸੰਬੰਧ ਟੁੱਟ ਗਿਆ। ਤੇ ਇਹਦੀ ਹਾਲਾਤ ਹੋ ਗਈ ਕਿ ਦੁੱਖਾਂ ਦੀ ਵਾਣ ਔਰ ਚਿੰਤਾ ਦੀ ਮੰਜੀ ਦੇ ਵਿੱਚ ਪਿਆ ਹੋਇਆ ਹੈ। ਇਹ ਹਮਾਰਾ ਜੀਵਨਾ, ਇਹਨੂੰ ਇਹੋ ਨਹੀਂ ਪੜਨਾ। ਇਹ ਤੂੰ ਸਾਹਿਬ ਸੱਚੇ ਵੇਖ, ਹੀ ਸੱਚੇ ਮਾਲਕ, ਹੀ ਪ੍ਰਭੂ ਵੇਖ ਕਿ ਤੇਰੇ ਤੋਂ ਟੁੱਟ ਕੇ ਸਾਡਾ ਇਹ ਹਾਲ ਹੋ ਗਿਆ। ਹਰ ਵਿਸਰਤ ਹੋਵਤ ਇਹ ਹਾਲ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਬੰਦਾ ਰੱਬੀ ਗੁਨਾਹ ਨੂੰ ਭੁਲਾ ਦਿੰਦਾ, ਉਦੋਂ ਇਹਦੇ ਅੰਦਰ ਸਾਰੇ ਰੋਗ ਇਹਨੂੰ ਆ ਘੇਰਦੇ ਨੇ। ਕਾਮ ਕ੍ਰੋਧ ਦੇ ਤੇ ਹਮਲੇ ਹੋ ਜਾਂਦੇ ਨੇ, ਚਿੰਤਾਵਾਂ ਦੇ ਵਿੱਚ ਫਸ ਜਾਂਦਾ ਹੈ, ਅਹੰਕਾਰ ਦੇ ਅੰਦਰ ਇਹ ਗ੍ਰਸਿਆ ਜਾਂਦਾ ਹੈ। ਇਹ ਸਾਰੀਆਂ ਰੋਗ ਜਿਹੜੇ ਨੇ ਇਹਨੂੰ ਆ ਘੇਰਦੇ ਨੇ। ਤਾਂ ਬਾਬਾ ਫਰੀਦ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਜੇ ਰੱਬੀ ਗੁਨਾਹ ਨਾਲੋਂ, ਸੱਚ ਨਾਲੋਂ ਟੁੱਟ ਜਾਓਗੇ ਤਾਂ ਫਿਰ ਚਿੰਤਾ ਜ਼ਿੰਦਗੀ ਦੇ ਅੰਦਰ ਆ ਜਾਏਗੀ, ਦੁੱਖ ਆ ਜਾਣਗੇ, ਔਰ ਜੋ ਦੁਨਿਆਵੀ ਰਿਸ਼ਤੇ ਨਾਤੇ ਨੇ ਇਹਨਾਂ ਵਿੱਚ ਵੀ ਵਿਛੋੜੇ ਪੈ ਜਾਣਗੇ, ਪਰਿਵਾਰ ਬਿਖਰ ਜਾਣਗੇ, ਮਿੱਤਰਤਾਵਾਂ ਵਿੱਚ ਦਰਾਰਾਂ ਪੈ ਜਾਣਗੀਆਂ, ਸੁੱਖਾਂ ਤੋਂ, ਚੜ੍ਹਦੀ ਕਲਾ ਤੋਂ ਵਿਛੋੜੇ ਹੋ ਜਾਣਗੇ। ਔਰ ਇਹ ਹਕੀਕਤ ਹੈ, ਜਿਹੜਾ ਵੀ ਇਨਸਾਨ ਰੱਬੀ ਰਜ਼ਾ ਭਾਣੇ ਗੁਨਾਹ ਦੇ ਨਾਲੋਂ ਟੁੱਟੇਗਾ, ਉਸ ਦੀ ਜ਼ਿੰਦਗੀ ਐਸੀ ਬਣ ਜਾਏਗੀ। ਤਾਂ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਪਿਆਰਿਓ, ਜੇ ਤੁਸੀਂ ਖੁਸ਼ੀਆਂ ਵਾਲੀ
ਜ਼ਿੰਦਗੀ ਜੀਣਾ ਚਾਹੁੰਦੇ ਹੋ, ਚੜ੍ਹਦੀ ਕਲਾ ਵਾਲੀ ਜ਼ਿੰਦਗੀ ਜੀਣਾ ਚਾਹੁੰਦੇ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਇਹ ਜੀਵਨ ਕੁਮਲਾਏ ਨਾ, ਇੱਥੇ ਪਤਝੜ ਨਾ ਆਵੇ, ਇੱਥੇ ਸੁੱਖਾਂ ਦੀ ਬਸੰਤ ਬਹਾਰ ਬਣੀ ਰਹੇ, ਤੁਹਾਡੇ ਜੀਵਨ ਵੇੜੇ ਵਿੱਚ ਖੁਸ਼ੀਆਂ ਦੇ ਫੁੱਲ ਹਮੇਸ਼ਾ ਖਿੜੇ ਰਹਿਣ, ਤਾਂ ਫਿਰ ਰੱਬੀ ਰਜ਼ਾ ਭਾਣੇ ਔਰ ਰੱਬੀ ਗੁਣਾਂ ਦੇ ਨਾਲ, ਰੱਬੀ ਯਾਦ ਦੇ ਨਾਲ ਜੁੜੇ ਰਹੋ। ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋਂ ਨਾ ਉਪਜੈ, ਸੋ ਤਨ ਜਾਣ ਮਸਤਾਨ। ਬਿਰਹਾ ਦਾ ਮਤਲਬ ਵਿਛੋੜਾ, ਆਖੀਏ ਦਾ ਮਤਲਬ ਆਖਿਆ ਜਾਂਦਾ ਹੈ। ਆਮ ਬੰਦਾ ਹਰ ਕੋਈ ਆਖਦਾ ਹੈ ਹਾਏ ਵਿਛੋੜਾ ਬੁਰਾ, ਹਾਏ ਵਿਛੋੜਾ ਬੁਰਾ, ਵਿਛੋੜੇ ਨੂੰ ਬੁਰਾ ਕਿਹਾ ਜਾਂਦਾ ਹੈ। ਔਰ ਹੈ ਵੀ, ਦੇਖੋ ਜੇ ਅਸੀਂ ਆਪਣੀ ਜ਼ਿੰਦਗੀ ਵੱਲ ਵੇਖੀਏ ਤਾਂ ਵਿਛੋੜੇ ਦੇ ਕਾਰਨ ਕਿੰਨੇ ਦੁੱਖ ਨੇ ਨਾ। ਉਹਨਾਂ ਮਾਪਿਆਂ ਤੋਂ ਪੁੱਛੋ ਜਿਨ੍ਹਾਂ ਦੀ ਵਡੇਰੀ ਉਮਰ ਦੀ ਖੂੰਡੀ ਸੀ, ਉਹਨਾਂ ਦਾ ਬੱਚਾ ਸਹਾਰਾ ਸੀ, ਤੇ ਉਹ ਨੌਜਵਾਨ ਬੱਚਾ ਚੱਲ ਵਸਿਆ। ਉਸ ਮਾਂ-ਬਾਪ ਦਾ ਕੀ ਹਾਲ ਹੋ ਜਾਂਦਾ ਪੁੱਤਰ ਤੋਂ ਵਿਛੜ ਕੇ। ਕਦੇ ਪੁੱਛੋ ਉਸ ਭੈਣ ਤੋਂ ਜਾਂ ਉਸ ਵੀਰ ਤੋਂ ਜੋ ਭੈਣ ਭਰਾ ਵਿਛੜ ਗਏ, ਕਦੇ ਪੁੱਛੋ ਪਤਨੀ ਤੋਂ ਜਾਂ ਪਤੀ ਤੋਂ ਜਿਨ੍ਹਾਂ ਦਾ ਕੋਈ ਜੀਵਨ ਸਾਥੀ ਵਿਛੋੜਾ ਦੇ ਗਿਆ, ਕਦੇ ਪੁੱਛੋ ਕਿਸੇ ਅਮੀਰ ਬੰਦੇ ਤੋਂ ਜਿਹਦੇ ਕੋਲ ਬੜੀ ਅਮੀਰੀ ਸੀ ਲੇਕਿਨ ਅੱਜ ਜੋ ਕੰਗਾਲ ਹੋ ਗਿਆ, ਤਾਂ ਧਨ ਦਾ ਵਿਛੋੜਾ ਕਿੰਨਾ ਦੁਖੀ ਕਰਦਾ ਹੈ। ਆਮ ਤੁਹਾਡੇ ਕੋਲ ਵੀ ਇੱਕ ਮੈਸੇਜ ਆਉਂਦਾ ਰਹਿੰਦਾ ਨਾ WhatsApp ਦੇ ਉੱਤੇ, ਬਹੁਤ ਵਧੀਆ ਹੈ ਕਿ ਜਿਹੜੇ ਇਸ ਦੁਨੀਆ ਨੂੰ ਛੱਡ ਕੇ ਤੁਰ ਗਏ ਨੇ, ਜਿਹੜੇ ਦੁਨੀਆ ਨੂੰ ਛੱਡ ਕੇ ਤੁਰ ਗਏ ਨੇ ਸਾਡੇ ਆਪਣੇ, ਕਦੇ ਕਦੇ ਉਹਨਾਂ ਨੂੰ ਮਿਲਣ ਦੀ ਜਿਹੜੀ ਅੰਦਰ ਹੂਕ ਪੈਦਾ ਹੁੰਦੀ ਹੈ ਨਾ, ਧੂ ਪੈਦਾ ਹੁੰਦੀ ਹੈ, ਖਿੱਚ ਪੈਦਾ ਹੁੰਦੀ ਹੈ, ਉਹਦਾ ਕੋਈ ਇਲਾਜ ਨਹੀਂ ਹੈ। ਕਿੰਨਾ ਦੁੱਖ ਹੁੰਦਾ ਜਦੋਂ ਕੋਈ ਆਪਣਾ ਪਿਆਰਾ ਕੋਈ ਮਿੱਤਰ ਯਾਦ ਆਉਂਦਾ ਹੈ ਤਾਂ ਵਿਛੋੜਾ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਹਰ ਕੋਈ ਕਹਿੰਦਾ ਹੈ ਕਿ ਵਿਛੋੜਾ ਮਾੜਾ ਹੈ, ਵਿਛੋੜਾ ਮਾੜਾ ਹੈ, ਪਰ ਬਾਬਾ ਫਰੀਦ ਕਹਿੰਦੇ ਨੇ ਕਿ ਹੇ ਵਿਛੋੜੇ, ਮੈਂ ਕਹਿੰਦਾ ਤੂੰ ਸੁਲਤਾਨ ਹੈ, ਤੂੰ ਬਾਦਸ਼ਾਹ ਹੈ, ਤੂੰ ਬਾਦਸ਼ਾਹ ਹੈ। ਕਿਉਂ ਕਿ ਫਰੀਦਾ ਜਿਤ ਤਨ ਬਿਰਹੋਂ ਨਾ ਉਪਜੈ, ਸੋ ਤਨ ਜਾਣ ਮਸਾਨ। ਕਿ ਜਿਸ ਸਰੀਰ ਦੇ ਅੰਦਰ ਵਿਛੋੜੇ ਦਾ ਸੱਲ ਨਹੀਂ ਪੈਦਾ ਹੁੰਦਾ, ਜਿਸ ਮਨੁੱਖ ਦੇ ਅੰਦਰ ਕਦੇ ਇਹ ਅਹਿਸਾਸ ਹੀ ਪੈਦਾ ਨਹੀਂ ਹੋਇਆ ਕਿ ਮੈਂ ਸੱਚ ਨਾਲੋਂ ਵਿਛੜਿਆ, ਰੱਬ ਨਾਲੋਂ ਮੈਂ ਵਿਛੜਿਆ, ਇਨਸਾਨੀਅਤ ਨਾਲੋਂ ਮੈਂ ਵਿਛੜਿਆ ਹੋਇਆ, ਜਿਹਦੇ ਅੰਦਰ ਕਦੇ ਇਹ ਅਹਿਸਾਸ ਹੀ ਪੈਦਾ ਨਹੀਂ ਹੋਇਆ, ਸੋ ਤਨ ਜਾਨ ਮਸਾਨ। ਬਾਬਾ ਫਰੀਦ ਜੀ ਕਹਿੰਦੇ ਨੇ ਉਹਨੂੰ ਮਸਾਨ ਸਮਝੋ, ਮੜੀਆਂ ਜਿੱਥੇ ਮੁਰਦੇ ਸਾੜੇ ਜਾਂਦੇ ਨੇ, ਮਸਾਣਾ ਵਿੱਚ ਮੁਰਦੇ ਸਾੜੇ ਜਾਂਦੇ ਨੇ, ਉਸ ਤਨ ਨੂੰ ਮਸਾਨ ਸਮਝੋ, ਕਿਉਂਕਿ ਉਸ ਸਰੀਰ ਦੇ ਅੰਦਰ ਰਹਿਣ ਵਾਲੀ ਜੋ ਜਿੰਦ ਹੈ, ਜੋ ਉਹਦੀ ਸੋਚ ਹੈ, ਉਹ ਵਿਕਾਰਾਂ ਦੇ ਵਿੱਚ ਹਮੇਸ਼ਾ ਸੜ ਰਹੀ ਹੈ। ਉਸ ਤਨ ਦੇ ਅੰਦਰ, ਉਸ ਦਿਮਾਗ ਦੇ ਅੰਦਰ ਹਮੇਸ਼ਾ ਵਿਕਾਰਾਂ ਦੀ ਅੱਗ ਬਲਦੀ ਰਹਿੰਦੀ ਹੈ, ਜਿਸ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਪ੍ਰਭੂ ਦੇ ਵਿਛੋੜੇ ਦਾ ਅਹਿਸਾਸ ਹੀ ਨਹੀਂ। ਇਸ ਲਈ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਜਿਵੇਂ ਦੁਨਿਆਵੀ ਵਿਛੋੜੇ ਨੇ ਸਾਨੂੰ ਦੁਖੀ ਕਰਦੇ ਨੇ ਨਾ, ਪਰ ਜਿਸ ਤਨ ਦੇ ਅੰਦਰ ਇਹ ਵਿਛੋੜੇ ਦਾ ਅਹਿਸਾਸ ਨਹੀਂ ਜਾਗਿਆ, ਜਿਹਨੇ ਕਦੇ ਸੈਲਫ ਐਨਾਲਿਸਿਸ ਕੀਤੀ ਹੀ ਨਹੀਂ ਕਿ ਮੈਂ ਸੱਚ ਨਾਲੋਂ ਵਿਛੜਿਆ, ਮੇਰੇ ਅੰਦਰ ਕਿੰਨੇ ਗੁਣ ਨੇ, ਕਿੰਨੇ ਅਵਗੁਣ ਨੇ, ਮੇਰੇ ਕੋਲੋਂ ਸਚਾਈ ਵਿਛੜ ਗਈ ਹੈ, ਦਇਆ ਨਾਲੋਂ ਮੈਂ ਟੁੱਟ ਗਿਆ, ਨਿਰਭੈਤਾ ਨਾਲੋਂ ਮੈਂ ਟੁੱਟ ਗਿਆ, ਇਨਸਾਨੀਅਤ ਦੇ ਨਾਲ ਮੇਰੀ ਸੋਚ ਦਾ ਸੰਬੰਧ ਨਹੀਂ ਰਿਹਾ, ਰੱਬੀ ਰਜ਼ਾ ਭਾਣੇ ਨਾਲੋਂ ਟੁੱਟਿਆ ਹੋਇਆ ਹਾਂ, ਇਹਨਾਂ ਗੁਣਾਂ ਦਾ ਮੇਰੀ ਜ਼ਿੰਦਗੀ ਤੋਂ, ਮੇਰੀ ਸੁਰਤ ਨਾਲੋਂ ਵਿਛੋੜਾ ਹੈ। ਜਿਹਦੇ ਅੰਦਰ ਇਹ ਅਹਿਸਾਸ ਨਹੀਂ ਨਾ ਪੈਦਾ ਹੋਇਆ, ਬਾਬਾ ਫਰੀਦ ਜੀ ਕਹਿੰਦੇ ਨੇ ਉਸ ਸਰੀਰ ਨੂੰ ਸ਼ਮਸ਼ਾਨ ਭੂਮੀ ਸਮਝੋ, ਕਿਉਂਕਿ ਉਹਦੇ ਅੰਦਰ ਵਿਕਾਰਾਂ ਦੀ ਅੱਗ ਬਲ ਰਹੀ ਹੈ ਤੇ ਉਹਦੀ ਜਿੰਦ, ਉਹਦੀ ਸੋਚ ਇਹਨਾਂ ਵਿਕਾਰਾਂ ਦੇ ਅੰਦਰ ਹਮੇਸ਼ਾ ਸੜਦੀ ਰਹਿੰਦੀ ਹੈ। ਤਾਂ ਇੱਥੋਂ ਸਾਨੂੰ ਕੀ ਸਮਝਾਇਆ ਜਾ ਰਿਹਾ ਕਿ ਜੇ ਸਾਡੀ ਮਨੁੱਖੀ ਜ਼ਿੰਦਗੀ ਵਿੱਚ ਇਹ ਸੋਚ ਪੈਦਾ ਨਹੀਂ ਹੁੰਦੀ, ਸ਼ੁਭ ਗੁਣਾਂ ਨਾਲੋਂ ਵਿਛੜਨ ਦਾ ਦਰਦ ਪੈਦਾ ਨਹੀਂ ਹੁੰਦਾ, ਤਾਂ ਇਹ ਸਾਡਾ ਸਰੀਰ ਇੱਕ ਭੱਠੀ ਬਣ ਜਾਏਗਾ, ਮਸਾਨ ਬਣ ਜਾਏਗਾ, ਸ਼ਮਸ਼ਾਨ ਭੂਮੀ ਬਣ ਕੇ ਰਹਿ ਜਾਏਗਾ। ਇਹਦੇ ਅੰਦਰ ਵਿਕਾਰਾਂ ਦੀ ਅੱਗ ਦੇ ਭਾਂਬੜ ਬਲਣਗੇ ਤੇ ਸਾਡੀ ਜਿੰਦ ਉਹਨਾਂ ਵਿਕਾਰਾਂ ਦੇ ਅੰਦਰ ਸੜਦੀ ਰਹੇਗੀ।
ਤਾਂ ਜੇ ਇਸ ਜਿੰਦ ਨੂੰ ਸੜਨ ਤੋਂ ਬਚਾਉਣਾ ਹੈ, ਜੇ ਆਪਣੀ ਸੋਚ ਨੂੰ ਇਹਨਾਂ ਦੁੱਖਾਂ, ਵਿਕਾਰਾਂ, ਪਾਪਾਂ, ਅਪਰਾਧਾਂ ਤੋਂ ਬਚਾਉਣਾ ਹੈ, ਤਾਂ ਉਹਦੇ ਵਾਸਤੇ ਇੱਕੋ ਹੀ ਹੈ, ਆਪਣੀ ਜ਼ਿੰਦਗੀ ਦੇ ਅੰਦਰ ਇਹ ਅਹਿਸਾਸ ਪੈਦਾ ਕਰੋ, ਜੇ ਵਿਛੜੇ ਆ ਗੁਣਾਂ ਨਾਲੋਂ ਤਾਂ ਸ਼ੁਭ ਗੁਣਾਂ ਦੇ ਨਾਲ ਜੁੜ ਜਾਓ ਜਿੰਨੇ ਵੀ ਛੇਤੀ ਹੁੰਦਾ ਹੈ। ਜਦੋਂ ਵੀ ਕੋਈ ਗੁਣਾਂ ਦੇ ਨਾਲ ਜੁੜ ਜਾਏਗਾ, ਉਦੋਂ ਅੰਦਰੋਂ ਵਿਕਾਰਾਂ ਦੀ ਅੱਗ ਬੁਝ ਜਾਏਗੀ। ਸੱਚ ਦੇ ਨਾਲ ਜੁੜਦਿਆਂ ਹੀ ਝੂਠ ਦੇ ਭਾਂਬੜ ਬੁਝ ਜਾਣਗੇ, ਸੰਤੋਖ ਦੇ ਨਾਲ ਜੁੜਦਿਆਂ ਹੀ ਲੋਭ ਦੇ ਭਾਂਬੜ ਬੁਝ ਜਾਣਗੇ, ਦਇਆ ਦੇ ਨਾਲ ਜੁੜਦਿਆਂ ਹੀ ਕਠੋਰਤਾ ਦੀ ਜਿਹੜੀ ਹੈ ਅੱਗ ਖਤਮ ਹੋ ਜਾਏਗੀ। ਇਹ ਜੀਵਨ ਸੁਹਾਵਣਾ ਹੋ ਜਾਏਗਾ। ਤਾਂ ਇਹ ਬੰਦੇ ਦੇ ਹੁਣ ਆਪਣੇ ਵੱਸ ਦੇ ਵਿੱਚ ਕਿ ਬੰਦਾ ਚਾਹੁੰਦਾ ਕਿ ਉਹਦੀ ਚੁਆਇਸ ਕੀ ਹੈ। ਅਗਲਾ ਬਚਨ ਕਰਦੇ ਨੇ, ਫਰੀਦਾ ਇਹ ਵਿਸ਼ ਗੰਦਲਾਂ, ਧਰੀਆਂ ਖੰਡ ਲਿਵਾੜ, ਇੱਕ ਰਾਹੇਂਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਧਰੀਆਂ ਦਾ ਮਤਲਬ ਰੱਖੀਆਂ ਹੋਈਆਂ ਨੇ, ਲਿਵਾੜ ਦਾ ਮਤਲਬ ਲਵੇੜ ਕੇ। ਇਹ ਵਿਸ਼ ਗੰਦਲਾਂ, ਵਿਸ਼ ਦਾ ਮਤਲਬ ਜ਼ਹਿਰ, ਖੰਡ ਲਿਵਾੜ ਦਾ ਮਤਲਬ ਖੰਡ ਦੇ ਨਾਲ ਗਲੇਫ ਚੜਾ ਕੇ, ਜਿਵੇਂ ਆ ਸ਼ੱਕਰ ਭਾਰੇ ਬਣਾਈ ਦਿੰਦਾ ਤੇ ਫਿਰ ਉਹਨਾਂ ਨੂੰ ਚੁੱਕ ਕੇ ਖੰਡ ਦੀ ਚਾਸਨੀ ਵਿੱਚ ਪਾ ਦਿੱਤਾ ਤੇ ਉਹਦੇ ਉੱਤੇ ਖੰਡ ਚੜ ਜਾਂਦੀ। ਜਲੇਬੀਆਂ ਬਣਾਈ ਦੀਆਂ ਨੇ, ਖੰਡ ਦੀ ਚਾਸਨੀ ਵਿੱਚ ਸੁੱਟ ਦਿੱਤੀਆਂ, ਉਹਨਾਂ ਦੇ ਉੱਤੇ ਖੰਡ ਮਿਠਾਸ ਚੜ ਗਈ। ਹੁਣ ਬਾਬਾ ਫਰੀਦ ਜੀ ਕਹਿੰਦੇ ਨੇ, ਇਹ ਜੋ ਵਿਕਾਰ ਨੇ, ਝੂਠ, ਫਰੇਬ, ਆਚਰਣਹੀਣਤਾ, ਲੱਭ, ਲੋਭ, ਲਾਲਚ, ਇਹ ਸਾਰੇ ਕੀ ਨੇ? ਜ਼ਹਿਰ ਨੇ। ਪਰ ਇਹਨਾਂ ਦੇ ਉੱਤੇ ਖੰਡ ਚੜਾਈ ਗਈ ਹੈ। ਐਵੇਂ ਸਮਝ ਲਓ ਕਿ ਜ਼ਹਿਰ ਦੀਆਂ ਗੰਦਲਾਂ ਨੇ ਤੇ ਜ਼ਹਿਰ ਦੀਆਂ ਗੰਦਲਾਂ ਉੱਤੇ ਖੰਡ ਚੜਾਈ ਹੈ, ਪੱਤ ਚੜਾਈ ਹੈ ਮਿੱਠੀ, ਤੇ ਬੰਦਾ ਉਹਨੂੰ ਮਿੱਠੀ ਸਮਝ ਕੇ ਖਾ ਲੈਂਦਾ। ਹੁਣ ਅੰਦਰ ਤੇ ਜ਼ਹਿਰ ਹੈ, ਬਾਹਰੋਂ ਮਿੱਠੀ ਹੈ, ਖਾ ਤੇ ਲਈ, ਪਰ ਅੰਦਰ ਜਾ ਕੇ ਕੀ ਕਰੇਗੀ? ਮੌਤ। ਇਸੇ ਤਰ੍ਹਾਂ ਇਹ ਕਾਮ, ਕ੍ਰੋਧ, ਲੋਭ ਜਿਹੜੇ ਨੇ ਨਾ, ਇਹ ਇੰਜ ਸਾਨੂੰ ਮਿੱਠੇ ਪ੍ਰਤੀਤ ਹੁੰਦੇ ਨੇ। ਬੰਦਾ ਇਹਨਾਂ ਨੂੰ ਮਿੱਠੇ ਸਮਝ ਕੇ, ਚੰਗੇ ਸਮਝ ਕੇ ਇਹਨਾਂ ਨੂੰ ਵਰਤੀ ਜਾਂਦਾ ਹੈ, ਖਾਈ ਜਾਂਦਾ ਹੈ, ਕਮਾਈ ਜਾਂਦਾ ਹੈ, ਜ਼ਿੰਦਗੀ ਜੀਵੀ ਜਾਂਦਾ ਹੈ। ਆਖਿਰ ਬੰਦੇ ਦੀ ਆਤਮਿਕ ਮੌਤ ਹੋ ਜਾਂਦੀ। ਦੇਖੋ, ਕਾਮ ਵਾਸਨਾ ਦੇ ਵਿੱਚ ਗ੍ਰਸਤ ਬੰਦਾ ਜਦੋਂ ਕਿਸੇ ਪਰਾਈ ਇਸਤਰੀ, ਪਰਾਏ ਪੁਰਸ਼ ਦੇ ਨਾਲ ਉਹ ਸੰਬੰਧ ਬਣਾਉਂਦਾ ਹੈ, ਤਾਂ ਇਹ ਸਮਝ ਕੇ ਬਣਾਉਂਦਾ ਨਾ ਕਿ ਮੈਨੂੰ ਇੱਥੋਂ ਮਿਠਾਸ ਮਿਲੇਗੀ, ਮੈਨੂੰ ਇੱਥੋਂ ਸੁੱਖ ਮਿਲੇਗਾ। ਪਰ ਆਖਿਰ ਫਿਰ ਪੱਲੇ ਕੀ ਪੈਂਦਾ? ਪਛਤਾਵਾ, ਘਰ ਪਰਿਵਾਰ ਬਰਬਾਦ, ਸਮਾਜ ਵਿੱਚ ਬੇਪੱਤੀ। ਬੰਦਾ ਚੋਰੀ ਕਿਉਂ ਕਰਦਾ? ਉਹ ਇਸ ਕਰਕੇ ਥੋੜਾ ਕਰਦਾ ਕਿ ਮੈਂ ਜੇਲ੍ਹ ਵਿੱਚ ਜਾਵਾਂਗਾ। ਉਹ ਚੋਰੀ ਇਸੇ ਕਰਕੇ ਕਰਦਾ ਵੀ ਕੰਮ ਨਹੀਂ ਕਰਨਾ ਪੈਣਾ, ਇੱਥੋਂ ਚੋਰੀ ਕਰ ਲੈਣਾ, ਇੰਨਾ ਪੈਸਾ ਮੇਰੇ ਕੋਲ ਆ ਜਾਏਗਾ, ਉਸ ਪੈਸੇ ਦੇ ਨਾਲ ਮੈਂ ਇਹ ਕੁਝ ਕਰ ਲਵਾਂਗਾ। ਪਲੈਨਿੰਗ ਤਾਂ ਇਹੀ ਹੁੰਦੀ ਹੈ ਨਾ, ਉਹਨੂੰ ਖੁਸ਼ੀ ਮਿਲਦੀ ਹੈ ਨਾ। ਪਰ ਚੋਰੀ ਕਰਦਾ ਮੌਕੇ ਤੇ ਫੜਿਆ ਜਾਂਦਾ, ਫਿਰ ਕੀ ਹਾਲ ਹੁੰਦਾ? ਲੋਭ ਕਰਕੇ ਬੇਗਾਨਾ ਹੱਕ ਖਾ ਲਿਆ, ਹੰਕਾਰ ਕਰਕੇ ਬੰਦਾ ਦੂਜਿਆਂ ਦੀ ਬੇਇੱਜ਼ਤੀ ਕਰਦਾ ਹੈ ਨਾ। ਅਸੀਂ ਕਿਵੇਂ ਹੰਕਾਰ ਦੇ ਨਾਲ ਕਈ ਵਾਰ ਦੂਜੇ ਦੀਆਂ ਭਾਵਨਾਵਾਂ ਨੂੰ ਕੁਚਲ ਦਿੰਦੇ ਹਾਂ। ਚਾਰ ਬੰਦਿਆਂ ਦੇ ਅੰਦਰ ਅਸੀਂ ਕਿਸੇ ਨੂੰ ਬੇਪੱਤ ਕਰ ਦਿੰਦੇ ਹਾਂ, ਅਸੀਂ ਬਿਲਕੁਲ ਲਿਹਾਜ਼ ਨਹੀਂ ਕਰਦੇ, ਤਾਂ ਬੰਦੇ ਨੂੰ ਖੁਸ਼ੀ ਮਿਲਦੀ ਹੈ ਨਾ। ਪਰ ਆਖਿਰ ਜਦੋਂ ਹੋਸ਼ ਆਉਂਦੀ ਹੈ ਤੇ ਸੰਬੰਧ ਟੁੱਟ ਜਾਂਦੇ ਨੇ, ਆਖਿਰ ਹਾਲ ਕੀ ਹੁੰਦਾ ਹੈ? ਤਾਂ ਇਹ ਜਿਹੜੇ ਵਿਕਾਰ ਨੇ, ਬਾਬਾ ਫਰੀਦ ਜੀ ਕਹਿੰਦੇ ਨੇ, ਜ਼ਹਿਰ ਦੀਆਂ ਗੰਦਲਾਂ ਨੇ। ਤੇ ਇੰਜ ਪ੍ਰਤੀਤ ਹੁੰਦਾ ਜਿਵੇਂ ਇਹਨਾਂ ਦੇ ਉੱਤੇ ਖੰਡ ਚੜਾਈ ਹੋਵੇ, ਯਾਨੀ ਬੰਦਾ ਇਹਨਾਂ ਨੂੰ ਮਿੱਠੇ ਸਮਝ ਕੇ ਖਾਈ ਜਾਂਦਾ ਹੈ ਤੇ ਆਖਿਰ ਆਤਮਕ ਮੌਤ ਹੋ ਜਾਂਦੀ ਹੈ। ਤੇ ਜ਼ਿੰਦਗੀ ਕਿਵੇਂ ਬੀਤਦੀ? ਇੱਕ ਰਾਹੇਂਦੇ ਰਹਿ ਗਏ। ਇੱਕ ਦਾ ਮਤਲਬ ਕਈ ਜੀਵ। ਜਦੋਂ ਇੱਕ ਦੇ ਕੱਕੇ ਨਾਲ ਸਿਹਾਰੀ ਲੱਗੀ ਹੋਵੇ ਤਾਂ ਇਹ ਬਹੁਵਚਨੀ ਸ਼ਬਦ ਹੁੰਦਾ ਹੈ, ਪਲੂਰਲ। ਜਦੋਂ ਇੱਕ ਦੇ ਕੱਕੇ ਦੇ ਨਾਲ ਔਂਕੜ ਹੋਵੇ ਤਾਂ ਉਹ ਮਤਲਬ ਇੱਕ ਸਿੰਗੂਲਰ ਸ਼ਬਦ ਹੋਏਗਾ। ਤੇ ਜਦੋਂ ਇੱਕ ਦਾ ਕੱਕਾ ਮੁਕਤਾ ਹੋਵੇ ਤਾਂ ਉਦੋਂ ਫੀਮੇਲ ਜੈਂਡਰ ਹੁੰਦਾ, ਜਿਵੇਂ ਗੁਰਾ ਇੱਕ ਦੇਹ ਬੁਝਾਈ। ਇੱਥੇ ਇੱਕ ਦਾ ਮਤਲਬ ਕਈ ਜੀਵ, ਰਾਹੇਂਦੇ ਦਾ ਮਤਲਬ ਬੀਜ ਦੇ, ਵਿਕਾਰ ਕਮਾਉਂਦੇ, ਰਹਿ ਗਏ ਦਾ ਮਤਲਬ ਥੱਕ ਗਏ। ਇੱਕ ਰਾਧੀ ਗਏ ਉਜਾੜ, ਰਾਧੀ ਦਾ ਮਤਲਬ ਬੀਜੀ ਹੋਈ, ਉਜਾੜ ਦਾ ਮਤਲਬ ਉਜਾੜ ਕੇ, ਬਰਬਾਦ ਕਰਕੇ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਇਹਨਾਂ ਵਿਸ਼ ਗੰਦਲਾਂ ਨੂੰ ਕਈ ਤੇ ਬੀਜ ਦੀ ਮਰ ਗਏ।
ਵਿਕਾਰ ਕਮਾਉਂਦੇ ਕਮਾਉਂਦੇ ਸ਼ੁਰੂਆਤੀ ਦੌਰ ਵਿੱਚ ਹੀ ਆਤਮਿਕ ਜੀਵਨ ਬਰਬਾਦ ਕਰ ਬੈਠੇ। ਇੱਕ ਰਾਤ ਹੀ ਗਏ ਉਜਾੜ ਤੇ ਇੱਕ ਜਿਹੜੇ ਬੀਜੇ ਹੋਏ ਵਿਕਾਰ ਕਮਾਏ ਹੋਏ ਤੇ ਆਪਣੀ ਸਾਰੀ ਜ਼ਿੰਦਗੀ ਵਿਕਾਰ ਕਮਾ ਕਮਾ ਕੇ ਹੀ ਇਸ ਦੁਨੀਆ ਨੂੰ ਛੱਡ ਗਏ। ਯਾਨੀ ਬਹੁਤ ਸਾਰੇ ਲੋਕ ਐਸੇ ਨੇ ਜੋ ਇਹ ਵਿਕਾਰ ਕਮਾਉਂਦੇ ਕਮਾਉਂਦੇ ਇਹਨਾਂ ਵਿਸ਼ ਗੰਦਲਾਂ ਨੂੰ ਖਾਂਦੇ ਖਾਂਦੇ ਆਤਮਿਕ ਮੌਤ ਸਹਿੜ ਬੈਠੇ। ਉਹਨਾਂ ਦੀ ਜ਼ਿੰਦਗੀ ਚੋਂ ਇਨਸਾਨੀਅਤ ਖਤਮ ਹੋ ਗਈ। ਉਹਨਾਂ ਨੂੰ ਖੁਸ਼ੀਆਂ ਖੇੜੇ ਆਨੰਦ ਪ੍ਰਸੰਨਤਾ ਵੀ ਨਾ ਮਿਲੀ, ਸੁੱਖ ਵੀ ਨਾ ਮਿਲਿਆ ਔਰ ਆਤਮਿਕ ਮੌਤ ਵੀ ਸਹਿੜ ਗਏ। ਤਾਂ ਇੱਥੇ ਸੰਸਾਰ ਨੂੰ, ਸਮਾਜ ਨੂੰ ਇੱਕ ਜੀਵਨ ਦੀ ਸੇਧ ਦਿੱਤੀ ਜਾ ਰਹੀ ਹੈ ਕਿ ਪਿਆਰਿਓ, ਇਹ ਜੋ ਵਿਕਾਰ ਨੇ ਇਹ ਜ਼ਹਿਰ ਦੀਆਂ ਗੰਦਲਾਂ ਦੀ ਤਰ੍ਹਾਂ ਨੇ, ਲੇਕਿਨ ਮਿੱਠੇ ਲੱਗਦੇ ਨੇ, ਉੱਤੇ ਪਾਨ ਚੜੀ ਹੋਈ ਹੈ ਮਿਠਾਸ ਦੀ। ਜੇ ਇਹਨਾਂ ਨੂੰ ਵਰਤੋਗੇ ਤਾਂ ਆਤਮਿਕ ਮੌਤ ਹੋ ਜਾਏਗੀ। ਜੇ ਇਹਨਾਂ ਅਵਗੁਣਾਂ ਨੂੰ ਕਮਾਓਗੇ, ਔਗਣਿਆਰੇ ਹੋਵੋਗੇ, ਅਵਗੁਣਾਂ ਵਾਲੀ ਜ਼ਿੰਦਗੀ ਜੀਵੋਗੇ, ਇਨਸਾਨੀਅਤ ਮਰ ਜਾਏਗੀ, ਆਤਮਿਕ ਮੌਤ ਮਰ ਜਾਓਗੇ ਔਰ ਜੀਵਨ ਦੇ ਅੰਦਰ ਦੁੱਖ ਹੋਏਗਾ। ਆਪ ਵੀ ਦੁਖੀ ਹੋਵੋਗੇ, ਦੂਜਿਆਂ ਨੂੰ ਵੀ ਦੁਖੀ ਕਰੋਗੇ। ਇਸ ਲਈ ਇਹਨਾਂ ਵਿਕਾਰਾਂ ਨੂੰ ਛੱਡੋ ਔਰ ਸ਼ੁਭ ਗੁਣਾਂ ਵਾਲੀ ਜ਼ਿੰਦਗੀ ਜੀ ਕੇ ਇਨਸਾਨੀਅਤ ਵਾਲਾ ਜੀਵਨ ਜੀਣ ਦਾ ਯਤਨ ਕਰੋ। ਅਗਲਾ ਬਚਨ ਕਰਦੇ ਨੇ ਕਿ ਬੰਦਾ ਕਰਦਾ ਕੀ ਇਹ ਫਰੀਦਾ, ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਹੋਂ ਕੇਰੇ ਕੰਮ। ਚਾਰ ਦਾ ਮਤਲਬ ਚਾਰ ਪੈਰ ਦਿਨ, ਹੰਡ ਕੇ ਦਾ ਮਤਲਬ ਭੌਂ ਕੇ, ਭਟਕ ਕੇ, ਦੌੜ ਭੱਜ ਵਿੱਚ, ਤੇ ਸਮ ਦਾ ਮਤਲਬ ਸੌਣਾ। ਚਾਰ ਪੈਰ ਦਿਨ, ਚਾਰ ਪੈਰ ਰਾਤ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਇਹਨਾਂ ਵਿਸ਼ ਗੰਦਲਾਂ ਵਾਸਤੇ, ਵਿਕਾਰ ਕਮਾਉਣ ਵਾਸਤੇ ਚਾਰ ਪੈਰ ਦਿਨ ਬੰਦਾ ਭੱਜ ਦੌੜ ਵਿੱਚ ਗਵਾ ਦਿੰਦਾ ਹੈ। ਵਿਕਾਰਾਂ ਦੀ ਜ਼ਿੰਦਗੀ ਜੀਣ ਵਾਸਤੇ ਸੱਚ ਨਾਲੋਂ ਟੁੱਟ ਕੇ, ਜ਼ਿੰਦਗੀ ਦਾ ਕੋਈ ਚੰਗਾ ਗੋਲ ਏਮ ਹੋਣ ਤੋਂ ਬਿਨਾਂ ਚਾਰ ਪੈਰ ਦਿਨ ਵਿਕਾਰਾਂ ਦੇ ਪਿੱਛੇ ਘੁੰਮ ਫਿਰ ਕੇ ਭਟਕ ਭਟਕ ਕੇ ਗਵਾ ਦਿੱਤਾ। ਚਾਰ ਗਵਾਇਆ ਸਮ, ਤੇ ਜੋ ਚਾਰ ਪੈਰ ਰਾਤ ਸੀ ਉਹ ਸੌਂ ਕੇ ਗਵਾ ਦਿੱਤੀ। ਅੱਜ ਕੱਲ ਤਾਂ ਨਾਈਟ ਡਿਊਟੀਆਂ ਵੀ ਚੱਲਦੀਆਂ ਨੇ, ਦਿਨ ਰਾਤ ਲੋਕ ਕੰਮ ਕਰਦੇ ਨੇ, ਸਮਾਂ ਬਦਲ ਗਿਆ। ਗੱਲ ਤਾਂ ਭੱਜ ਦੌੜ ਦੀ ਹੈ। ਜਿਹੜੇ ਰਾਤ ਨੂੰ ਡਿਊਟੀ ਕਰਦੇ ਨੇ ਉਹ ਦਿਨੇ ਸੌਂਦੇ ਨੇ, ਜਿਹੜੇ ਦਿਨੇ ਡਿਊਟੀ ਕਰਦੇ ਨੇ ਉਹ ਰਾਤ ਨੂੰ ਸੌਂਦੇ ਨੇ। ਤਾਂ ਅੱਧਾ ਸਮਾਂ ਜਿਹੜਾ ਜ਼ਿੰਦਗੀ ਦਾ ਹੈ ਉਹ ਤੇ ਵਿਕਾਰਾਂ ਦੀ ਭੱਜ ਦੌੜ ਵਿੱਚ, ਤੇ ਅੱਧਾ ਸਮਾਂ ਸੌਂ ਕੇ ਗਵਾ ਦਿੱਤਾ। ਹੁਣ ਬਾਬਾ ਫਰੀਦ ਜੀ ਕਹਿੰਦੇ ਨੇ ਲੇਖਾ ਰੱਬ ਮੰਗੇਸੀਆ, ਮੰਗੇਸੀਆ ਦਾ ਮਤਲਬ ਮੰਗੇਗਾ, ਆਹੋਂ ਦਾ ਮਤਲਬ ਆਇਆ ਹੈ, ਤੇਰੇ ਕੰਮ ਦਾ ਮਤਲਬ ਕਿਸ ਕੰਮ ਲਈ। ਤਾਂ ਇਸਲਾਮੀ ਖਿਆਲ ਮੁਤਾਬਕ ਜਦੋਂ ਕਿਆਮਤ ਆਏਗੀ, ਯਾਨੀ ਸਾਰੀ ਦੁਨੀਆ ਖਤਮ ਹੋ ਜਾਏਗੀ, ਇੱਕ ਦਿਨ ਐਸਾ ਆਏਗਾ ਸਾਰੀ ਦੁਨੀਆ ਮੁੱਕ ਜਾਏਗੀ, ਤੇ ਉਸ ਦਿਨ ਫਿਰ ਰੱਬ ਜਿਹੜਾ ਹੈ ਨਾ ਮੁਰਦਿਆਂ ਨੂੰ ਉਠਾ ਲਵੇਗਾ ਤੇ ਫਿਰ ਲੇਖਾ ਜੋਖਾ ਹੋਏਗਾ। ਤੇ ਜਿਨ੍ਹਾਂ ਨੇ ਚੰਗੇ ਕਰਮ ਕੀਤੇ ਹੋਣਗੇ, ਯਾਨੀ ਇਸਲਾਮ ਮੁਤਾਬਕ ਜ਼ਿੰਦਗੀ ਜੀਵੀ ਹੋਵੇਗੀ, ਉਹ ਜੰਨਤ ਵਿੱਚ ਚਲੇ ਜਾਣਗੇ। ਬਾਕੀ ਦਿਆਂ ਨੂੰ ਦੋਜ਼ਖ ਦੀ ਅੱਗ ਦੇ ਅੰਦਰ ਪਾ ਦਿੱਤਾ ਜਾਏਗਾ। ਤੇ ਜੰਨਤ ਦੇ ਵਿੱਚ ਮੰਨਿਆ ਗਿਆ ਹੈ ਕਿ ਉੱਥੇ ਇੱਕ ਇੱਕ ਬੰਦੇ ਨੂੰ ਬੜੀਆਂ ਸੁੰਦਰ ਸੁੰਦਰ ਜਿਹੜੀਆਂ ਨੇ 72 ਹੂਰਾਂ ਮਿਲਣਗੀਆਂ। ਖਾਣ ਪੀਣ ਵਾਸਤੇ ਹਰ ਪਦਾਰਥ ਹੋਏਗਾ, ਹਰ ਸੁੱਖ ਆਰਾਮ ਹੋਏਗਾ, ਔਰ ਬੰਦਾ ਹਮੇਸ਼ਾ ਹੀ ਜਵਾਨ ਬਣਿਆ ਰਹੇਗਾ ਤੇ ਵਿਸ਼ੇ ਭੋਗ ਕਮਾਉਂਦਾ ਰਹੇਗਾ। ਹਮੇਸ਼ਾ ਉਹਨੂੰ ਇਹ ਚੀਜ਼ਾਂ ਮਿਲਦੀਆਂ ਰਹਿਣਗੀਆਂ। ਤੇ ਦੋਜ਼ਖ ਦੇ ਵਿੱਚ ਮੰਨਿਆ ਹੈ ਕਿ ਦੋਜ਼ਖ ਦੇ ਅੰਦਰ ਜਿਹੜੇ ਵਿਕਾਰੀ ਲੋਕ ਨੇ ਉਹਨਾਂ ਨੂੰ ਪਾਣ ਵਾਸਤੇ ਜਿਹੜੀਆਂ ਪੈਰਾਂ ਦੀਆਂ ਜੁੱਤੀਆਂ ਨੇ ਨਾ, ਉਹ ਲੋਹੇ ਦੀਆਂ ਬਣੀਆਂ ਹੋਣਗੀਆਂ, ਤੇ ਉਹਨਾਂ ਨੂੰ ਅੱਗ ਦੇ ਅੰਦਰ ਸੁਰਖ ਲਾਲ ਕਰਕੇ ਉਹਨਾਂ ਨੂੰ ਪਵਾਇਆ ਜਾਏਗਾ, ਜਿਸ ਦੇ ਨਾਲ ਉਹਨਾਂ ਦੀ ਚਮੜੀ ਚੱਲ ਉੱਠੇਗੀ। ਫਿਰ ਉਹਨਾਂ ਨੂੰ ਅੱਗ ਦੇ ਅੰਦਰ ਪਾ ਕੇ ਸਾੜਿਆ ਜਾਏਗਾ। ਜਦੋਂ ਹਾਲ ਪੁਕਾਰ ਕਰਕੇ ਸੜ ਜਾਣਗੇ, ਫਿਰ ਉਹਨਾਂ ਨੂੰ ਬਾਹਰ ਕੱਢ ਕੇ ਦੁਬਾਰਾ ਫਿਰ ਚਮੜੀ ਪੈਦਾ ਕੀਤੀ ਜਾਏਗੀ, ਫਿਰ ਉਹਨਾਂ ਨੂੰ ਸਾੜਿਆ ਜਾਏਗਾ। ਉਹਨਾਂ ਨੂੰ ਖਾਣ ਵਾਸਤੇ ਇੱਕ ਐਸਾ ਜ਼ਹਿਰੀਲਾ ਪਦਾਰਥ ਦਿੱਤਾ ਜਾਏਗਾ, ਕੌੜਾ, ਕਿ ਜੇ ਉਹਦੀ ਇੱਕ ਬੂੰਦ ਖੁਦਾ ਧਰਤੀ ਤੇ ਸੁੱਟ ਦੇਵੇ ਤਾਂ ਸਾਰੀਆਂ ਚੀਜ਼ਾਂ ਜ਼ਹਿਰੀਲੀਆਂ ਹੋ ਜਾਣਗੀਆਂ ਔਰ ਸਾਰੇ ਲੋਕ ਮਰ ਜਾਣਗੇ। ਉਹਨਾਂ ਨੂੰ ਪੀਣ ਲਈ ਐਸਾ ਗੰਦਾ ਬਦਬੂਦਾਰ
ਪਦਾਰਥ ਪਾਣੀ ਦਿੱਤਾ ਜਾਏਗਾ, ਉਹ ਜਿਹਦੇ ਚੋਂ ਇੰਨੀ ਬਦਬੂ ਹੋਏਗੀ, ਜੇ ਖੁਦਾ ਉਹਦਾ ਇੱਕ ਡੋਲੂ ਭਰ ਕੇ ਧਰਤੀ ਤੇ ਰੋੜ ਦੇ ਤੇ ਉਹਦੀ ਬੋ ਨਾਲ ਸਾਰੇ ਜੀਵ ਮਰ ਜਾਣਗੇ। ਐਸੀਆਂ ਸਜ਼ਾਵਾਂ ਦੱਸੀਆਂ ਗਈਆਂ। ਇਹ ਇਸਲਾਮੀ ਖਿਆਲ ਮੁਤਾਬਕ ਹੈ, ਉਹਨਾਂ ਦੀ ਮਨੌਤ। ਹਿੰਦੂ ਵੀਰ ਕਹਿੰਦੇ ਨੇ, ਮੁਸਲਮਾਨ ਵੀਰ ਕਹਿੰਦੇ ਨੇ ਵੀ ਲੇਖਾ ਮੰਗੇਗਾ ਰੱਬ ਖੁਦਾ ਵਹੀ ਕੱਢ ਕੇ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਹਿੰਦੂ ਵੀਰਾਂ ਦੀ ਮਨੌਤ ਹੈ ਕਿ ਧਰਮਰਾਜ ਲੇਖਾ ਮੰਗੇਗਾ ਮਰਨ ਤੋਂ ਬਾਅਦ। ਧਰਮਰਾਜ ਦੀ ਕਚਹਿਰੀ ਵਿੱਚ ਜਾਵਾਂਗੇ, ਚਿੱਤਰਗੁਪਤਾ ਨੇ ਜੋ ਲਿਖੇ ਨੇ ਉਹ ਧਰਮਰਾਜ ਅੱਗੇ ਪੇਸ਼ ਕਰਨਗੇ। ਧਰਮਰਾਜ ਉਹ ਜਿਹੜਾ ਹੈ ਰਜਿਸਟਰ ਉਹਨੂੰ ਪੜ੍ਹੇਗਾ ਤੇ ਉਹਦੇ ਮੁਤਾਬਕ ਫਿਰ ਸਵਰਗ ਔਰ ਨਰਕ ਮਿਲੇਗਾ। ਤੇ ਉੱਥੇ ਵੀ ਇਹੀ ਹੈ ਕਿ ਸਵਰਗ ਦੇ ਅੰਦਰ ਸੁੱਖ ਨੇ, ਹਰ ਮੌਸਮ ਦਾ ਫਲ ਹੈ, ਹਰ ਤਰ੍ਹਾਂ ਦੀਆਂ ਸਹੂਲਤਾਂ ਨੇ, ਸ਼ੁੱਧ ਸ਼ਰਾਬ ਦੀਆਂ ਨਦੀਆਂ ਨੇ ਉੱਥੇ ਵਗਦੀਆਂ, ਸ਼ੁੱਧ ਸ਼ਹਿਦ ਦੀਆਂ ਨਦੀਆਂ ਨੇ, ਯਾਨੀ ਕੋਈ ਖਾਣ ਪੀਣ ਦੇ ਪਦਾਰਥਾਂ ਦੀ ਕਮੀ ਨਹੀਂ ਹੈ। ਇਸੇ ਤਰ੍ਹਾਂ ਫਿਰ ਨਰਕ ਦੇ ਵਿੱਚ ਕੁੰਭੀ ਨਰਕ ਹੈ, ਕਈ ਕਿਸਮ ਦੇ ਨਰਕ ਮੰਨੇ ਗਏ ਨੇ, ਨਰਕਾਂ ਵਿੱਚ ਪਾਇਆ ਜਾਏਗਾ। ਇਹ ਉਹਨਾਂ ਦਾ ਖਿਆਲ ਹੈ। ਇਸ ਲਈ ਜਦੋਂ ਕਿਸੇ ਮੁਸਲਮਾਨ ਦੇ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਗੁਰੂ ਜੀ ਰੱਬ ਦਾ ਨਾਮ ਲੈਂਦੇ ਨੇ, ਲੇਖਾ ਰੱਬ ਮੰਗੇਸੀਆ, ਕਿਉਂਕਿ ਉਹਨਾਂ ਦਾ ਖਿਆਲ ਹੈ ਨਾ। ਹਿੰਦੂ ਵੀਰ ਜੇ ਗੱਲ ਕਰਦੇ ਨੇ ਧਰਮਰਾਏ ਜਬ ਲੇਖਾ ਮੰਗੇ, ਤਾਂ ਉੱਥੇ ਧਰਮਰਾਜ ਦਾ ਨਾਮ ਲੈਂਦੇ ਨੇ। ਤਾਂ ਇੱਥੇ ਇਸਲਾਮੀ ਖਿਆਲ ਮੁਤਾਬਕ ਗੱਲ ਕਹੀ ਗਈ ਹੈ ਕਿ ਜਦੋਂ ਤੇ ਤੂੰ ਰੱਬ ਲੇਖਾ ਮੰਗੇਗਾ ਕਿ ਤੂੰ ਦੁਨੀਆ ਤੇ ਕਿਸ ਕੰਮ ਵਾਸਤੇ ਆਇਆ ਸੀ, ਤੇਰਾ ਮਕਸਦ ਕੀ ਸੀ, ਤਾਂ ਫਿਰ ਤੇਰਾ ਕੀ ਹਾਲ ਹੋਏਗਾ। ਹੁਣ ਇਹ ਚੀਜ਼ ਨੂੰ ਆਪਾਂ ਥੋੜਾ ਜਿਹਾ ਸਮਝਣਾ ਹੈ। 4 ਪਹਿਰ ਦਿਨ, 4 ਪਹਿਰ ਰਾਤ, ਯਾਨੀ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਅਸਾਂ ਵਿਕਾਰਾਂ ਵਿੱਚ ਗਵਾ ਦਿੱਤਾ, ਕੁਝ ਸਮਾਂ ਅਸੀਂ ਆਰਾਮ ਕਰਨ ਵਿੱਚ ਗਵਾ ਦਿੱਤਾ। ਤੇ ਜੇ ਲੇਖਾ ਮੰਗਿਆ ਜਾਏ ਰੱਬ ਦਾ ਮਤਲਬ ਜਿਹੜੀ ਅਟਲ ਸੱਚਾਈ ਹੈ, ਜੇ ਲੇਖਾ ਜੋਖਾ ਕੀਤਾ ਜਾਏ, ਸੈਲਫ ਐਨਾਲਿਸਿਸ ਕੀਤੀ ਜਾਏ ਕਿ ਭਲਿਆ ਤੂੰ ਆਇਆ ਕਿਸ ਕੰਮ ਸੇ, ਇਨਸਾਨ ਹੋਣ ਦੇ ਨਾਤੇ ਤੇਰਾ ਕੰਮ ਕੀ ਸੀ, ਕਿ ਤੇ ਜੋ ਕੰਮ ਕਰ ਰਿਹਾ ਤੇਰੇ ਵਾਸਤੇ ਠੀਕ ਨੇ। ਜਿਵੇਂ ਦਾ ਵਿਹਾਰ ਤੂੰ ਲੋਕਾਂ ਨਾਲ ਕਰ ਰਿਹਾ ਹੈ, ਇਹ ਵਿਹਾਰ ਤੇਰੇ ਨਾਲ ਜੇ ਕੋਈ ਕਰੇ ਤਾਂ ਤੈਨੂੰ ਕੈਸਾ ਚੰਗਾ ਲੱਗੇਗਾ। ਇਹ ਸੰਸਾਰ ਦਾ ਤੂੰ ਹਾਲ ਕੀ ਬਣਾ ਦਿੱਤਾ ਹੈ। ਜਗਤ ਸੱਚੀ ਦੀ ਕੋਠੜੀ ਸੀ, ਇੱਥੇ ਸਤ ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ ਆਦਿਕ ਸ਼ੁਭ ਗੁਣਾਂ ਦੇ ਧਾਰ ਨਹੀਂ ਹੋਇਆ ਜਾ ਸਕਦਾ ਸੀ। ਤੇਰੀ ਜ਼ਿੰਦਗੀ ਦੇ ਅੰਦਰ ਬਹੁਤ ਵੱਡੀ ਪੋਸੀਬਿਲਿਟੀ ਸੀ, ਤੂੰ ਰੱਬ ਵਰਗਾ ਹੋ ਸਕਦਾ ਸੈਂ, ਸੰਸਾਰ ਨੂੰ ਹਰ ਕਾ ਬਾਗਰਾ ਬਣਾ ਸਕਦਾ ਸੈਂ, ਸੰਸਾਰ ਦੇ ਅੰਦਰ ਖੁਸ਼ੀਆਂ ਖੇੜੇ ਪੈਦਾ ਕਰ ਸਕਦਾ ਸੈਂ। ਪਰ ਤੂੰ ਕਰ ਕੀ ਦਿੱਤਾ ਹੈ? ਚੋਰੀਆਂ ਤੂੰ ਕਰਾਂ ਤੇ ਤੇਰੀਆਂ ਚੋਰੀਆਂ ਨੂੰ ਕੁੱਤੇ ਲੱਭਣ। 80-90 ਹਜ਼ਾਰ ਤੇਰੀ ਤਨਖਾਹ ਹੋਵੇ ਤੇ 400 ਰੁਪਏ ਦਿਹਾੜੀ ਵਾਲੇ ਬੰਦੇ ਤੂੰ ਰਿਸ਼ਵਤ ਲੈ ਰਿਹਾ ਹੋਵੇ, ਕਿ ਇਸ ਕੰਮ ਵਾਸਤੇ ਆਇਆ? ਤੇਰਾ ਇਸ ਦੁਨੀਆ ਤੇ ਆਉਣ ਦਾ ਮਕਸਦ ਕੀ ਹੈ? ਇਹ ਚੀਜ਼ ਸਮਝਣ ਵਾਲੀ ਹੈ। ਯਾਨੀ ਏਮਲੈਸ ਜ਼ਿੰਦਗੀ ਹੈ ਨਾ। ਅਸੀਂ ਇਨਸਾਨ ਹਾਂ ਤਾਂ ਇਨਸਾਨੀ ਨਾਤੇ ਸਾਡੇ ਕੀ ਫਰਜ਼ ਨੇ, ਗੋਲ ਕੀ ਹੈ ਸਾਡਾ? ਜੇ ਗੋਲ ਨਹੀਂ ਨਾ ਤਾਂ ਏਮਲੈਸ ਜ਼ਿੰਦਗੀ ਉਸ ਕਿਸ਼ਤੀ ਵਰਗੀ ਹੈ ਜਿਹੜੀ ਕਿਸ਼ਤੀ ਨੂੰ ਦਰਿਆ ਵਿੱਚ, ਸਮੁੰਦਰ ਵਿੱਚ ਛੱਡ ਦਿੱਤਾ ਹੈ, ਪਰ ਵਿੱਚ ਨਾ ਚੱਪੂ ਹੈ ਨਾ ਮਲਾਹ ਹੈ। ਉਹ ਕਿਸ਼ਤੀ ਕਿੱਧਰ ਜਾਏਗੀ? 2 ਲਹਿਰਾਂ ਇੱਧਰ 2 ਲਹਿਰਾਂ ਉੱਧਰ ਲੈ ਜਾਣਗੀਆਂ, ਆਖਿਰ ਡੁੱਬ ਜਾਏਗੀ ਨਾ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦਾ ਕੋਈ ਗੋਲ ਹੋਣਾ ਚਾਹੀਦਾ ਮਨੁੱਖ ਹੋਣ ਦੇ ਨਾਤੇ, ਕਿ ਰਾਜਨੀਤਿਕ ਤੌਰ ਤੇ ਸਾਡਾ ਕੀ ਗੋਲ ਹੋਣਾ ਚਾਹੀਦਾ, ਜਾਂ ਸੀਮਾਵਾਂ ਜਿਹੜੀਆਂ ਨੇ ਇਹਨਾਂ ਦੇ ਝਗੜਿਆਂ ਨੂੰ ਖਤਮ ਕੀਤਾ ਜਾਏ। ਐਟਮੀ ਹਥਿਆਰਾਂ ਦੀ ਕੀ ਜ਼ਰੂਰਤ ਹੈ? ਇਹਨਾਂ ਚੀਜ਼ਾਂ ਨੂੰ ਖਤਮ ਕੀਤਾ ਜਾਏ। ਪੂਰੀ ਦੁਨੀਆ ਦੀ ਇੱਕ ਰਾਜਧਾਨੀ ਹੋਵੇ, ਇੱਕ ਕਾਨੂੰਨ ਹੋਵੇ, ਪਾਸਪੋਰਟ ਸਿਸਟਮ ਖਤਮ ਹੋਵੇ। ਇਹ ਸਾਡਾ ਗੋਲ ਹੋਣਾ ਚਾਹੀਦਾ ਨਾ। ਇੱਕ ਓੰਕਾਰ ਤੋਂ ਭਾਵ ਹੀ ਹੈ, ਗੋਲ ਇਹ ਹੋਣਾ ਚਾਹੀਦਾ ਸੀ ਕਿ ਜਾਤੀਵਾਦ, ਮੇਰ ਤੇਰ ਦੇ ਵਿਤਕਰੇ ਖਤਮ ਹੋਣ ਤੇ ਇੱਕ ਭਾਈਚਾਰਕ ਸਮਾਜ ਪੈਦਾ ਹੋਵੇ। ਇੱਥੇ ਇਸਤਰੀਆਂ ਪੁਰਸ਼ਾਂ ਨੂੰ ਬਰਾਬਰ ਦੇ ਹੱਕ ਹੋਣ, ਭਾਈਚਾਰਕ ਸਮਾਜ ਪੈਦਾ ਹੋਵੇ। ਆਰਥਿਕ ਤੌਰ ਤੇ ਸਾਡਾ ਗੋਲ ਇਹ ਚਾਹੀਦਾ ਸੀ ਕਿ ਪੂਰੀ ਦੁਨੀਆ ਦੇ ਅੰਦਰ ਹਰ ਇਨਸਾਨ ਦੀ ਰੋਟੀ, ਕੱਪੜੇ, ਮਕਾਨ ਦੀ ਲੋੜ ਪੂਰੀ ਹੋਵੇ। ਐਸਾ ਸਿਸਟਮ ਪੈਦਾ ਕੀਤਾ ਜਾਏ। ਜਿਵੇਂ ਇਹਨਾਂ ਦੇਸ਼ਾਂ ਨੇ ਇਸ ਪਾਸੇ ਕਾਫੀ ਕੰਮ ਕੀਤਾ ਹੈ, ਹੋਰ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ। ਧਾਰਮਿਕ ਤੌਰ ਤੇ ਸਾਡਾ ਕੀ ਗੋਲ ਹੋਣਾ ਚਾਹੀਦਾ ਹੈ? ਕਿ ਧਰਮਾਂ ਦੇ ਨਾਮ ਦੇ ਉੱਤੇ ਲੜਾਈਆਂ, ਦੰਗੇ, ਝਗੜੇ, ਫਸਾਦ, ਧਰਮ ਦੇ ਨਾਮ ਦੇ ਉੱਤੇ ਜਿੰਨੇ ਕਤਲ ਹੋਏ ਨੇ, ਲੜਾਈਆਂ ਦੰਗੇ ਹੋਏ ਨੇ ਤੇ ਹੋਰ ਕੰਮ ਤਾਂ ਹੋਏ ਨਹੀਂ।
ਧਰਮ ਦੇ ਨਾਮ ਦੇ ਉੱਤੇ ਜਿੰਨਾ ਪੁਜਾਰੀ ਵਰਗ ਨੇ ਆਮ ਜਨਤਾ ਦਾ ਇਮੋਸ਼ਨਲ ਬਲੈਕਮੇਲਿੰਗ ਕੀਤੀ ਹੈ ਜਾਂ ਆਰਥਿਕ ਮਾਨਸਿਕ ਸ਼ੋਸ਼ਣ ਕੀਤਾ ਹੈ ਨਾ, ਤੇ ਹੋਰ ਕਿਤੇ ਵੀ ਨਹੀਂ। ਕਿੰਨੇ ਅੰਧ ਵਿਸ਼ਵਾਸ ਫੈਲਾਏ ਗਏ ਨੇ। ਚਾਹੀਦਾ ਤੇ ਇਹ ਸੀ ਕਿ ਇੱਕੋ ਧਰਮ ਦ੍ਰਿੜ੍ਹ ਸੱਚ ਕੋਈ ਵਾਲੀ ਭਾਵਨਾ ਪੈਦਾ ਕੀਤੀ ਹੁੰਦੀ। ਇਸੇ ਤਰ੍ਹਾਂ ਸਰੀਰਕ ਤੌਰ ਤੇ ਕੀ ਗੋਲ ਹੈ ਬੰਦੇ ਦਾ, ਕਿ ਅਸੀਂ ਸਰੀਰਕ ਤੌਰ ਤੇ ਠੀਕ ਰਹੀਏ, ਸਾਡੀ ਖੁਰਾਕ ਠੀਕ ਹੋਵੇ, ਸਾਡੇ ਕਰਮ ਠੀਕ ਹੋਣ, ਸਾਡੀ ਮੈਂਟੈਲਿਟੀ ਕੈਸੀ ਹੋਵੇ, ਸਰਬੱਤ ਦੇ ਭਲੇ ਵਾਲੀ। ਸਾਡਾ ਬੌਧਿਕ ਏਮ ਕੀ ਹੈ, ਅਸੀਂ IQ ਕੈਸਾ ਹੋਏ, ਅਸੀਂ ਦੂਰਦ੍ਰਿਸ਼ਟੀ ਬਣੀਏ, ਅਸੀਂ ਦਿਮਾਗ ਦੀ ਵਰਤੋਂ ਕਿਸ ਢੰਗ ਦੇ ਨਾਲ ਕਰਨੀ ਹੈ, ਸਾਡੀ ਟੋਨ ਕੈਸੀ ਹੋਵੇ, ਸਾਡੀ ਸ਼ਬਦਾਵਲੀ ਕੈਸੀ ਹੋਵੇ, ਅਸੀਂ ਜ਼ਬਾਨ ਦੀ ਵਰਤੋਂ ਕਿਵੇਂ ਕਰਨੀ ਹੈ, ਸਾਡਾ ਪਰਿਵਾਰਕ ਕੋਈ ਗੋਲ ਹੋਵੇ, ਵਿਵਹਾਰਿਕ ਗੋਲ ਹੋਵੇ। ਗੋਲ ਤੇ ਹੈ ਹੀ ਨਹੀਂ। ਤੇ ਜੇ ਇਹ ਲੇਖਾ ਜੋਖਾ ਪੁੱਛਿਆ ਜਾਏ ਤਾਂ ਦੱਸੋ ਕੀ ਮੂੰਹ ਖਾਵਾਂਗੇ। ਜੇ ਅਸੀਂ ਥੋੜਾ ਜਿਹਾ ਇਹਨੂੰ ਹੋਰ ਵਿਸਤਾਰ ਨਾਲ ਸੋਚ ਲਈਏ, ਸਪੋਜ਼ ਜੋ ਸਰਬ ਵਿਆਪਕ ਪ੍ਰਭੂ ਦੀ ਅਸੀਂ ਕਲਪਨਾ ਕਰਦੇ ਹਾਂ, ਜੇ ਉਹ ਰੱਬ ਸਾਡੇ ਤੋਂ ਪੁੱਛ ਲਵੇ ਵੀ ਤੂੰ ਕੀ ਕੀਤਾ ਇਸ ਤੱਕ, ਤਾਂ ਅਸੀਂ ਕੀ ਜਵਾਬ ਦੇਵਾਂਗੇ? ਕੀ ਅਸੀਂ ਸਾਰਿਆਂ ਵਿੱਚ ਰੱਬ ਦੀ ਜੋਤ ਨੂੰ ਵੇਖਣਾ? ਜੇ ਸ਼ਬਦ ਮੈਂ ਵਰਤਣਾ, ਇਸ ਚੀਜ਼ ਨੂੰ ਧਿਆਨ ਰੱਖਣਾ। ਜੇ ਮੰਨ ਲਓ ਅਸੀਂ ਗੁਰੂ ਦੀ ਗੱਲ ਕਰੀਏ ਤੇ ਗੁਰੂ ਸਾਹਿਬ ਜੀ, ਮੈਂ ਜੇ ਸਿੱਖਾਂ ਦੀ ਸਿਰਫ ਗੱਲ ਕਰਾਂ ਤੇ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਕਿਤੇ ਪ੍ਰਗਟ ਹੋ ਜਾਣ ਜੇ ਸ਼ਬਦ ਸਪੋਜ਼, ਤੇ ਉਹ ਸਾਡੇ ਤੋਂ ਪੁੱਛਣ ਵੀ ਗੁਰੂ ਅਰਜਨ ਦੇਵ ਜੀ ਕਹਿਣ ਵੀ ਸੱਜਣਾ ਮੈਂ ਤੇ ਤੱਤੀਆਂ ਤਵੀਆਂ ਤੇ ਕਿਸ ਵਾਸਤੇ ਬੈਠਾ ਸਾਂ, ਤੇ ਤੂੰ ਗੁਰੂ ਗੋਬਿੰਦ ਸਿੰਘ ਜੀ ਕਹਿਣ ਵੀ ਸੱਜਣਾ ਮੈਂ 14 ਜੰਗਾਂ ਲੜੀਆਂ ਆਪਣੇ ਪੁੱਤਰ ਬਾਰੇ, ਕਾਹਦੇ ਵਾਸਤੇ ਤੇ ਕੀ ਕਰ ਰਹੇ? ਕੀ ਅਸੀਂ ਗੁਰੂ ਨੂੰ ਮੂੰਹ ਖਾਣ ਜੋਗੇ ਹੈ? ਜੇ ਸਮਾਜ ਪੁੱਛ ਲਵੇ, ਸਮਾਜ ਪੁੱਛੇ ਕਿ ਸੱਜਣੋਂ ਧੀਆਂ ਪੁੱਤਰ ਭੈਣ ਭਰਾ ਜ਼ਮੀਨ ਜਾਇਦਾਦ ਧਨ ਦੌਲਤ ਕਿੰਨੀਆਂ ਖੁਸ਼ੀਆਂ ਖੇੜੇ ਆਨੰਦ ਮੰਗਲ ਜਿੰਨੀਆਂ ਵੀ ਆ ਸਹੂਲਤਾਂ ਨੇ ਇਹ ਸਾਨੂੰ ਇਸ ਸਮਾਜ ਵਿੱਚੋਂ ਹੀ ਮਿਲੀਆਂ ਨਾ, ਇੱਥੋਂ ਹੀ ਅਸੀਂ ਲਈਆਂ। ਤੇ ਜੇ ਸਮਾਜ ਸਾਡੇ ਤੋਂ ਪੁੱਛ ਲੈ ਵੀ ਤੂੰ ਸਮਾਜ ਵਾਸਤੇ ਕੀ ਕੀਤਾ, ਤੇਰੀ ਸਮਾਜ ਨੂੰ ਦੇਣ ਕੀ ਹੈ, ਤਾਂ ਸਾਡੇ ਕੋਲ ਕੀ ਜਵਾਬ ਹੈ? ਦੇਣ ਕੀ ਹੈ ਸਮਾਜ ਨੂੰ? ਸਾਡੀ ਈਰਖਾ ਦਵੇਸ਼ ਵੈਰ ਵਿਰੋਧ ਜਾਤੀਵਾਦ। ਜੇ ਅੱਜ ਬਹੁਗਿਣਤੀ ਬੱਚਿਆਂ ਤੋਂ ਜਿਹੜੇ ਮਾਂ-ਬਾਪ ਦੀ ਸੇਵਾ ਨਹੀਂ ਕਰਦੇ ਜਾਂ ਉਹਨਾਂ ਨੂੰ ਤਿਆਗ ਗਏ ਜਾਂ ਕੁਝ ਵੀ ਪ੍ਰੋਬਲਮਸ ਨੇ, ਜੇ ਉਹਨਾਂ ਤੋਂ ਪੁੱਛਿਆ ਜਾਏ ਵੀ ਤੁਹਾਡੇ ਮਾਂ-ਬਾਪ ਨੇ ਤੁਹਾਨੂੰ ਇਸ ਵਾਸਤੇ ਜੰਮਿਆ ਸੀ ਕਿ ਤੁਹਾਡੇ ਇਹ ਫਰਜ਼ ਸੀ, ਤਾਂ ਬੱਚੇ ਮਾਪਿਆਂ ਨੂੰ ਮੂੰਹ ਖਾਣ ਜੋਗੇ ਨਹੀਂ ਨਾ। ਤੇ ਬਹੁਤ ਸਾਰੇ ਮਾਂ-ਬਾਪ ਜਿਨ੍ਹਾਂ ਨੇ ਆਪਣੇ ਸਰੀਰਕ ਰਸਾਂ-ਕਸਾਂ ਵਾਸਤੇ ਇੱਕ ਦੂਜੇ ਤੋਂ ਦੂਰੀਆਂ ਵਧਾ ਲਈਆਂ ਤੇ ਉਹ ਮਾਸੂਮ ਬੱਚੇ ਰੁਲ ਗਏ। ਜੇ ਉਹਨਾਂ ਤੋਂ ਪੁੱਛਿਆ ਜਾਏ ਵੀ ਬੱਚੇ ਇਸ ਵਾਸਤੇ ਜੰਮੇ ਸੀ, ਤਾਂ ਕੀ ਜਵਾਬ ਹੈ? ਕਿਤਨੇ ਐਸੇ ਬੱਚੇ ਨੇ ਜੋ ਸਰਕਾਰਾਂ ਇੱਥੋਂ ਦੀਆਂ ਪਾਲ ਰਹੀਆਂ ਨੇ, ਜਿਨ੍ਹਾਂ ਨੂੰ ਮਾਂ-ਬਾਪ ਛੱਡ ਗਏ ਨੇ, ਕੀ ਜਵਾਬ ਹੈ? ਔਰ ਆਖਿਰ ਬੰਦਾ ਆਪਣੀ ਜ਼ਮੀਰ ਤੋਂ ਪੁੱਛੇ, ਜਿਵੇਂ ਮੈਂ ਆਪਣੀ ਜ਼ਮੀਰ ਤੋਂ ਇਮਾਨਦਾਰੀ ਨਾਲ ਆਪਣੇ ਆਪੇ ਤੋਂ ਪੁੱਛਾਂ ਕਿ ਭਾਈ ਮੋਹਰ ਸਿਆਂ ਜੋ ਕੁਛ ਤੂੰ ਬਾਹਰੋਂ ਬਣਿਆ ਹੋਇਆ ਹੈ, ਕਿ ਤੂੰ ਅੰਦਰੋਂ ਐਵੇਂ ਦਾ ਹੀ ਹੈ? ਜੇ ਤੇ ਅੰਦਰੋਂ ਆਵਾਜ਼ ਆ ਜਾਏ ਕਿ ਹਾਂ ਮੈਂ ਐਵੇਂ ਦੀ ਹਾਂ, ਮੇਰੀ ਜ਼ਿੰਦਗੀ ਐਵੇਂ ਦੀ ਹੈ, ਫਿਰ ਤਾਂ ਠੀਕ ਹੈ, ਮੁਬਾਰਕ ਹੈ ਜ਼ਿੰਦਗੀ। ਤੇ ਜੇ ਅੰਦਰੋਂ ਆਵਾਜ਼ ਆ ਜਾਏ ਵੀ ਮੈਂ ਐਵੇਂ ਦਾ ਹੈ ਤੇ ਨਹੀਂ ਜਿਉਂਦਾ, ਇਹਨਾਂ ਭੈਣਾਂ ਵੀਰਾਂ ਦੇ ਸਾਹਮਣੇ ਬਣ ਕੇ ਬੈਠਾ, ਸ਼ਰਮਸਾਰ ਹੈ ਨਾ, ਬੰਦਾ ਆਪਣੀ ਜ਼ਮੀਰ ਨੂੰ ਮੂੰਹ ਖਾਣ ਜੋਗਾ ਨਹੀਂ ਨਾ। ਇਸੇ ਨੂੰ ਕਹਿੰਦੇ ਨੇ ਲੇਖਾ ਰੱਬ ਮੰਗੇਸੀਆ ਤੂੰ ਆਹੂ ਤੇਰੇ ਕੰਮ, ਕਿਸ ਕੰਮ ਵਾਸਤੇ ਹੈ? ਜੇ ਮੰਗਿਆ ਪੁੱਛਿਆ ਜਾਏ ਤਾਂ ਕੀ ਜਵਾਬ? ਤਾਂ ਇਸ ਲਈ ਸਾਨੂੰ ਇੱਥੇ ਸਮਝਾਇਆ ਜਾ ਰਿਹਾ ਹੈ ਕਿ ਵਿਕਾਰਾਂ ਦੇ ਪਿੱਛੇ ਜ਼ਿੰਦਗੀ ਨਾ ਗਵਾਓ, ਆਪਣੀ ਜ਼ਿੰਦਗੀ ਦਾ ਕੋਈ ਉੱਚਾ ਸੁੱਚਾ ਗੋਲ ਬਣਾਓ। ਤੇ ਉਹ ਗੋਲ ਗੁਰਬਾਣੀ ਚੋਂ ਸਾਨੂੰ ਕੀ ਮਿਲਦਾ ਹੈ? ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਅਸੀਂ ਸਚਿਆਰ ਬਣੀਏ, ਸਾਡੀਆਂ ਭਾਵਨਾਵਾਂ ਸੱਚੀਆਂ ਹੋਣ, ਸਾਡਾ ਵਿਹਾਰ ਸੱਚਾ ਹੋਵੇ, ਮਨ ਬਚਨ ਕਰਮ ਕਰਕੇ ਸੱਚੇ ਹੋਈਏ, ਤਾਂ ਸਮਝ ਲਓ ਇਹ ਜ਼ਿੰਦਗੀ ਸਫਲੀ ਹੈ। ਤੇ ਉਹਦੇ ਵਾਸਤੇ ਇੱਕੋ ਹੀ ਯਤਨ ਹੈ, ਹੁਕਮ ਰਜ਼ਾਈ ਚੱਲਣਾ, ਰਜ਼ਾ ਹੁਕਮ ਸਿਸਟਮ ਦੇ ਅੰਦਰ ਗਿਆਨ ਮੁਤਾਬਕ ਜ਼ਿੰਦਗੀ ਜੀਣੀ। ਤਾਂ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਜੋ ਏਮਲੈਸ ਜ਼ਿੰਦਗੀ ਹੈ ਉਸ ਜੀਵਨ ਦਾ ਕੋਈ ਲਾਭ ਨਹੀਂ ਹੈ, ਉਹ ਤੇ ਐਵੇਂ ਭਟਕਣਾ ਔਰ ਦੁੱਖਾਂ ਦੇ ਅੰਦਰ ਗਵਾਚ ਜਾਏਗੀ। ਇਸ ਲਈ ਆਪਣੀ ਜ਼ਿੰਦਗੀ ਦਾ ਕੋਈ ਉੱਚਾ ਸੁੱਚਾ ਗੋਲ ਬਣਾਓ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ,
ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਕੋਈ ਉੱਚਾ ਆਦਰਸ਼ਕ ਜੀਵਨ ਜੀਓ। ਬਹੁਤ ਕੁਝ ਤੁਸੀਂ ਕਰ ਸਕਦੇ ਹੋ, ਤੁਹਾਡੇ ਅੰਦਰ ਪੋਸੀਬਿਲਿਟੀਜ਼ ਨੇ, ਹਰ ਇਨਸਾਨ ਦੇ ਅੰਦਰ ਨੇ। ਹਰ ਇਨਸਾਨ ਦੇ ਅੰਦਰ ਗੁਣਾਂ ਦੇ ਭੰਡਾਰ ਭਰੇ ਪਏ ਨੇ, ਉਹਨਾਂ ਦੀ ਵਰਤੋਂ ਕਰੋ। ਆਪਣੀ ਜ਼ਿੰਦਗੀ ਨੂੰ ਏਮਲੈਸ ਬਣਾ ਕੇ ਨਾ ਗਵਾਓ। ਜੀਵਨ ਦੇ ਅੰਦਰ ਕੋਈ ਉੱਚਾ ਸੁੱਚਾ ਆਦਰਸ਼ ਬਣਾਓ। ਜਿਵੇਂ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਰੱਬੀ ਗੁਣ ਦੱਸੇ ਗਏ ਨੇ, ਰੱਬ ਦਾ ਰੂਪ ਸਰੂਪ ਦੱਸਿਆ ਗਿਆ ਹੈ। ਤਾਂ ਮੰਨ ਲਓ ਸਪੋਜ਼ ਕਿ ਮੂਲ ਮੰਤਰ ਇੱਕ ਆਚਰਣ ਹੈ, ਰੱਬ ਇੱਕ ਆਚਰਣ ਹੈ, ਤੇ ਉਹਦੀ ਪ੍ਰਾਪਤੀ, ਉਹਦੇ ਵਿੱਚ ਲੀਨ ਹੋਣਾ ਸਾਡਾ ਆਦਰਸ਼ ਹੋਣਾ ਚਾਹੀਦਾ, ਸਾਡਾ ਗੋਲ ਹੋਣਾ ਚਾਹੀਦਾ। ਤੇ ਜੇ ਸਾਡਾ ਇਹ ਗੋਲ ਨਹੀਂ, ਤਾਂ ਫਿਰ ਤੂੰ ਆਹੋ ਕਿਹੜੇ ਕੰਮ ਜੇ ਪੁੱਛੀਏ ਵੀ ਫਿਰ ਕਾਹਦੇ ਵਾਸਤੇ ਜੀ ਰਹੇ ਹੋ? ਲੋਕਾਂ ਨੂੰ ਦੁਖੀ ਕਰਨ ਲਈ, ਲੋਕਾਂ ਦੀਆਂ ਭਾਵਨਾਵਾਂ ਨੂੰ ਆਹਤ ਕਰਨ ਲਈ, ਵਿਕਾਰ ਕਮਾਉਣ ਲਈ? ਇਹ ਤਾਂ ਫਿਰ ਕੋਈ ਜ਼ਿੰਦਗੀ ਨਾ ਹੋਈ। ਅਗਲਾ ਬਚਨ ਕਰਦੇ ਨੇ, ਫਰੀਦਾ ਦਰ ਦਰਵਾਜ਼ੇ ਜਾਏ ਕੈ, ਕਿਉਂ ਡਿਠੋ ਘੜਿਆਲ, ਇਹ ਨਿਦੋਸ਼ਾਂ ਮਾਰੀਏ, ਹਮ ਦੋਸ਼ਾਂ ਦਾ ਕਿਆ ਹਾਲ। ਦਰ ਦਰਵਾਜ਼ੇ ਦਾ ਮਤਲਬ ਦਰ ਤੇ, ਬੂਹੇ ਤੇ ਜਾ ਕੇ। ਘੜਿਆਲ ਦਾ ਮਤਲਬ ਜੋ ਘੰਟੀ ਵਜਾਈਦੀ ਹੈ, ਘੜਿਆਲ ਟੰਗਿਆ ਹੁੰਦਾ ਹੈ ਮੰਦਰਾਂ ਦੇ ਵਿੱਚ, ਵਜਾਉਂਦੇ ਨੇ ਨਾ, ਮੰਦਰਾਂ ਵਿੱਚ ਘੜਿਆਲ ਵਜਾਉਂਦੇ ਨੇ। ਸਕੂਲਾਂ ਦੇ ਵਿੱਚ ਘੰਟੀ ਵਜਾਉਂਦੇ, ਤਾਂ ਅਸੀਂ ਆਪ ਵਜਾਉਂਦੇ ਰਹੇ ਤੇ ਕਿੰਨਾ ਚਾਅ ਹੁੰਦਾ ਸੀ ਘੰਟੀ ਵਜਾਉਣ ਦਾ। ਪਹਿਲੀ ਘੰਟੀ ਵਜਾਉਣ ਦਾ ਚਾਅ ਨਹੀਂ ਸੀ ਹੁੰਦਾ, ਅਖੀਰਲੀ ਘੰਟੀ ਵਜਾਉਣ ਦਾ ਬੜਾ ਚਾਅ ਹੁੰਦਾ ਸੀ। 5 ਮਿੰਟ ਪਹਿਲੋਂ ਜੇ ਵਾਜਿਆ ਤੇ ਉਹ ਦੜੰਗੇ ਮਾਰਨੇ ਹੁੰਦੇ ਸਨ, ਯਾਦ ਨਾ ਸਾਰਿਆਂ ਨੂੰ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਕੀ ਤੂੰ ਕਿਸੇ ਬੂਹੇ ਤੇ, ਦਰਵਾਜ਼ੇ ਤੇ ਜਾ ਕੇ ਘੜਿਆਲ ਵੱਜਦਾ ਵੇਖਿਆ? ਸਕੂਲੇ ਅਸੀਂ ਸਾਰੇ ਵਜਾਉਂਦੇ ਰਹੇ ਹਾਂ, ਘੰਟੀ ਵੱਜਦੇ ਵੇਖੇ ਨੇ ਘੜਿਆਲ। ਮੰਦਰਾਂ ਵਿੱਚ ਅੱਜ ਵੀ ਅਸੀਂ ਵੱਜਦੇ ਵੇਖਦੇ ਹਾਂ, ਕਈ ਵਾਰੀ ਅਦਾਲਤਾਂ ਵਿੱਚ ਵੀ ਵੱਜਦੇ ਹੁੰਦੇ ਨੇ, ਪਹਿਲੋਂ ਵੱਜਦੇ ਸਨ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਕਦੇ ਕਿਸੇ ਬੂਹੇ ਤੇ ਜਾ ਕੇ ਤੂੰ ਘੜਿਆਲ ਵੱਜਦਾ ਵੇਖਿਆ? ਤਾਂ ਅਸੀਂ ਕਵਾਂਗੇ ਹਾਂਜੀ ਵੇਖਿਆ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਇਸ ਘੜਿਆਲ ਦਾ ਕੀ ਦੋਸ਼ ਹੈ ਵੀ ਇਹਨੂੰ ਹਥੌੜੇ ਮਾਰੇ ਜਾ ਰਹੇ ਨੇ? ਇਹਦਾ ਕੋਈ ਦੋਸ਼ ਹੈ? ਵਿਚਾਰੇ ਪਾਪ ਕੀਤਾ। ਸੋਚ ਦੇਖੋ, ਜਿਹੜੇ ਚਿੰਤਕ ਲੋਕ ਨੇ, ਜੋ ਮਹਾਪੁਰਸ਼ ਨੇ, ਰੱਬੀ ਪਿਆਰੇ ਨੇ, ਉਹ ਕਿਸੇ ਵੀ ਗੱਲ ਤੋਂ ਸਾਨੂੰ ਸਿੱਖਿਆ ਦੇ ਦਿੰਦੇ ਨੇ, ਕਿਸੇ ਵੀ ਗੱਲ ਨੂੰ ਵੇਖਦੇ ਨੇ ਤੇ ਉਹਦੇ ਤੋਂ ਉਹ ਸਿੱਖਿਆ ਗ੍ਰਹਿਣ ਕਰਦੇ ਨੇ ਔਰ ਸਮਾਜ ਨੂੰ ਸਿੱਖਿਆ ਦਿੰਦੇ ਨੇ। ਕਹਿੰਦੇ ਨੇ, ਵੇਖਿਆ ਕਦੇ ਘੜਿਆਲ ਜਾ ਕੇ, ਇਹ ਨਿਦੋਸ਼ਾਂ ਮਾਰੀਏ। ਇਹ ਤੇ ਦੋਸ਼ ਤੋਂ ਬਿਨਾਂ ਹੀ ਮਾਰ ਖਾ ਰਿਹਾ ਵਿਚਾਰਾ, ਘੰਟੀ ਦੀ ਦੋਸ਼ ਕੀ ਹੈ? ਪੜ੍ਹਨਾ ਤੁਸੀਂ ਹੈ, ਡਾਕਟਰ, ਇੰਜੀਨੀਅਰ, ਵਿਗਿਆਨਿਕ ਤੁਸੀਂ ਬਣਨਾ ਹੈ, ਤੇ ਹਥੌੜੇ ਵਿਚਾਰਾ ਉਹ ਖਾ ਰਿਹਾ। ਮੰਦਿਰ ਵਿੱਚ ਪੂਜਾ ਤੁਸੀਂ ਕਰਨੀ ਹੈ, ਜੇ ਰੱਬ ਖੁਸ਼ ਹੋਣਾ ਤੇ ਮੰਗਾਂ ਤੁਸੀਂ ਮੰਗਣੀਆਂ, ਤੇ ਉਹ ਡੰਡੇ ਉਹਨੂੰ ਪੈ ਰਹੇ ਨੇ ਘੜਿਆਲ ਨੂੰ। ਇੱਥੇ ਤਾਂ ਬਿਨਾਂ ਦੋਸ਼ ਤੋਂ ਮਾਰਿਆ ਜਾ ਰਿਹਾ ਹੈ। ਹਮ ਦੋਸ਼ਾਂ ਦਾ ਕਿਆ ਹਾਲ, ਤੇ ਜਿਹੜੇ ਅਸੀਂ ਦੋਸ਼ੀ ਆ, ਦੋਸ਼ ਕਮਾ ਰਹੇ ਆ, ਸਾਡਾ ਕੀ ਹਾਲ ਹੋਏਗਾ? ਇਹ ਦੁਨੀਆ ਵਿੱਚ ਤੇ ਨਿਰਦੋਸ਼ ਲੋਕਾਂ ਨੂੰ ਲੋਕ ਤੰਗ ਕਰ ਦਿੰਦੇ ਨੇ, ਨਿਰਦੋਸ਼ ਲੋਕ ਵੀ ਇੱਥੇ ਤਾਂ ਦੁਖੀ ਹੋ ਜਾਂਦੇ ਨੇ, ਤੇ ਜਿਹੜੇ ਦੋਸ਼ੀ ਨੇ ਉਹਨਾਂ ਦਾ ਕੀ ਹਾਲ ਹੋਏਗਾ? ਤਾਂ ਸਾਨੂੰ ਇੱਥੇ ਵਰਜਿਆ ਜਾ ਰਿਹਾ ਹੈ ਇੱਕ ਮਿਸਾਲ ਦੇ ਕੇ, ਕਿਉਂਕਿ ਕਿਸੇ ਵੀ ਮਿਸਾਲ ਦਾ ਇੱਕ ਪੱਖ ਲੈਣਾ ਹੁੰਦਾ ਹੈ। ਤਾਂ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਇਸ ਦੁਨੀਆ ਵਿੱਚ ਤਾਂ ਕਈ ਵਾਰੀ ਨਿਰਦੋਸ਼ ਲੋਕਾਂ ਨੂੰ ਵੀ ਦੁੱਖ ਆ ਜਾਂਦਾ ਹੈ, ਤੇ ਜਿਹੜੇ ਦੋਸ਼ੀ ਨੇ ਉਹਨਾਂ ਦਾ ਕੀ ਹਾਲ ਹੋਏਗਾ? ਭਾਵ ਕਿ ਜਿਹੜੇ ਦੋਸ਼ ਕਮਾਉਣ ਵਾਲੇ ਨੇ, ਉਹਨਾਂ ਦੀ ਸਾਰੀ ਜ਼ਿੰਦਗੀ ਦੁੱਖਾਂ ਦੇ ਵਿੱਚ ਹੀ ਗੁਜ਼ਰਦੀ ਹੈ, ਉਹਨਾਂ ਨੂੰ ਦੁੱਖਾਂ ਦੀਆਂ ਚੋਟਾਂ ਖਾਣੀਆਂ ਪੈਂਦੀਆਂ ਨੇ। ਤਾਂ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਪਿਆਰਿਆ, ਜੇ ਦੋਸ਼ ਬਚਣਾ ਚਾਹਨਾ ਹੈ ਤਾਂ ਫਿਰ ਵਿਕਾਰਾਂ ਦੀ ਖਲਾਸੀ ਕਰ, ਦੋਸ਼ ਛੱਡ। ਅੱਗੇ ਫਿਰ ਕਹਿੰਦੇ ਨੇ, ਘੜੀਏ ਘੜੀਏ ਮਾਰੀਏ, ਪਹਿਰੀ ਲੈ ਸਜਾਏ। ਘੜੀਏ, ਘੜੀ ਦਾ ਮਤਲਬ ਘੜੀ ਘੜੀ ਪਿੱਛੋਂ, ਪਹਿਰੀ ਦਾ ਮਤਲਬ ਪਹਿਰ ਪਿੱਛੋਂ। ਹਰੇਕ ਘੜੀ ਪਿੱਛੋਂ, ਹਰੇਕ ਪਹਿਰ ਪਿੱਛੋਂ ਇਹ ਵਿਚਾਰਾ ਕੁੱਟ ਖਾਂਦਾ ਹੈ, ਮਾਰ ਖਾਂਦਾ ਹੈ ਘੜਿਆਲ। ਸੋ ਹੇੜਾ ਘੜਿਆਲ ਜਿਉਂ ਦੁਖੀ ਰਹਿਣ ਵਿਹਾਏ। ਹੇੜਾ ਦਾ ਮਤਲਬ ਸਰੀਰ, ਘੜਿਆਲ ਦਾ ਮਤਲਬ ਘੜਿਆਲ ਦੀ ਤਰ੍ਹਾਂ, ਦੁਖੀ ਦਾ ਮਤਲਬ ਦੁੱਖਾਂ ਵਿੱਚ, ਰਹਿਣ ਦਾ ਮਤਲਬ ਰਾਤ ਸਾਰੀ ਜ਼ਿੰਦਗੀ। ਇਸੇ ਤਰ੍ਹਾਂ ਜਿਹੜਾ ਵਿਕਾਰ ਕਮਾਉਣ ਵਾਲਾ ਬੰਦਾ ਹੈ, ਉਸ ਘੜਿਆਲ ਦੀ ਤਰ੍ਹਾਂ ਦੁੱਖਾਂ ਦੇ ਅੰਦਰ ਹੀ ਉਹਦੀ ਜ਼ਿੰਦਗੀ ਬੀਤਦੀ ਹੈ। ਹਰ ਘੜੀ, ਹਰ ਪਹਿਰ, ਹਰ ਪਲ ਕੋਈ ਨਾ ਕੋਈ ਦੁੱਖ, ਕੋਈ ਨਾ ਕੋਈ ਚਿੰਤਾ, ਕੋਈ ਨਾ ਕੋਈ ਭੈ ਉਹਨੂੰ ਸਤਾਉਂਦਾ ਰਹਿੰਦਾ।
ਮਾਨਸਿਕ ਤੌਰ ਤੇ ਉਹ ਪਰੇਸ਼ਾਨ ਹੋ ਜਾਂਦਾ ਹੈ। ਤਾਂ ਇਸ ਲਈ ਸਾਨੂੰ ਇੱਥੇ ਸਮਝਾਇਆ ਜਾ ਰਿਹਾ ਹੈ ਕਿ ਪਿਆਰਿਓ, ਜੇ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਸੁੱਖ, ਸ਼ਾਂਤੀ, ਆਨੰਦ, ਖੇੜੇ ਦੇ ਨਾਲ ਬੀਤੇ, ਜੇ ਤੁਹਾਨੂੰ ਦੁੱਖਾਂ ਦੀਆਂ, ਚਿੰਤਾਵਾਂ ਦੀਆਂ ਚੋਟਾਂ ਨਾ ਖਾਣੀਆਂ ਪੈਣ, ਤਾਂ ਉਹਦੇ ਵਾਸਤੇ ਇੱਕੋ ਇੱਕ ਗੱਲ ਹੈ ਕਿ ਸੱਚੇ ਪ੍ਰਭੂ ਦੇ ਨਾਲ ਜੁੜੋ, ਰੱਬੀ ਗੁਣਾਂ ਦੇ ਨਾਲ ਜੁੜੋ, ਰੱਬੀ ਰਜ਼ਾ ਦੇ ਵਿੱਚ ਤੁਰੋ, ਦੋਸ਼ਾਂ ਨੂੰ ਛੱਡੋ, ਗੁਣਾਂ ਦੇ ਧਾਰਨੀ ਹੋਵੋ। ਅਵਗੁਣ ਛੋੜ ਗੁਣਾ ਕੋ ਧਾਵੋ, ਕਰ ਅਵਗੁਣ ਪਛਤਾਹੀ ਜੀਓ। ਅਵਗੁਣਾਂ ਦਾ ਤਿਆਗ ਕਰੋ, ਗੁਣਾਂ ਦੇ ਧਾਰਨੀ ਹੋਵੋ। ਅਵਗੁਣ ਧਾਰਨ ਕਰਨ ਕਰਕੇ ਬੰਦੇ ਦੀ ਜ਼ਿੰਦਗੀ ਦੇ ਅੰਦਰ ਦੁੱਖ ਔਰ ਪਛਤਾਵੇ ਹੀ ਰਹਿ ਜਾਂਦੇ ਨੇ। ਔਰ ਅਵਗੁਣ ਯਾਰੇ ਮਾਨਸੇ ਭਲੋ ਨਾ ਕਹਿ ਕੋਏ, ਮਾੜੇ ਕਰਮ ਕਰਨ ਵਾਲਿਆਂ ਨੂੰ ਕੋਈ ਭਲਾ ਔਰ ਚੰਗਾ ਨਹੀਂ ਕਹਿੰਦਾ। ਇਸ ਲਈ ਤੁਸੀਂ ਸ਼ੁਭ ਗੁਣਾਂ ਦੇ ਨਾਲ ਜੁੜਨ ਦਾ ਯਤਨ ਕਰੋ, ਜਿਸ ਕਰਕੇ ਇਹ ਜੀਵਨ, ਇਹ ਸਮਾਜ, ਇਹ ਘਰ, ਇਹ ਪਰਿਵਾਰ ਸਫਲਾ ਹੋ ਜਾਏ ਔਰ ਸਾਡਾ ਇਸ ਦੁਨੀਆ ਤੇ ਜਨਮ ਲੈਣਾ ਜਿਹੜਾ ਹੈ ਉਹ ਮੁਬਾਰਕ ਹੋ ਜਾਏ। ਤਾਂ ਇਹ ਪੋਸੀਬਿਲਿਟੀ ਹਰ ਇਨਸਾਨ ਦੇ ਅੰਦਰ ਹੈ ਕਿ ਉਹ ਸ਼ੁਭ ਗੁਣਾਂ ਦਾ ਧਾਰਨੀ ਹੋ ਸਕਦਾ ਹੈ, ਆਪਣੇ ਜੀਵਨ ਵਿੱਚ ਵਿਕਾਸ ਕਰ ਸਕਦਾ ਹੈ, ਵਿਗਾਸਤਾ ਮਾਣ ਸਕਦਾ ਹੈ। ਇਹ ਪੋਸੀਬਿਲਿਟੀ ਹੈ। ਤੇ ਦੂਜੀ ਸੰਭਾਵਨਾ ਤੇ ਹੈ ਹੀ ਹੈ ਨਾ ਕਿ ਵਿਕਾਰ ਔਰ ਪਾਪ ਕਮਾ ਕੇ ਆਪ ਵੀ ਦੁਖੀ ਹੋ ਸਕਦਾ ਹੈ, ਪਰਿਵਾਰ ਨੂੰ ਦੁਖੀ ਕਰ ਸਕਦਾ ਹੈ, ਸਮਾਜ ਨੂੰ ਦੁਖੀ ਕਰ ਸਕਦਾ ਹੈ ਔਰ ਆਤਮਿਕ ਮੌਤੇ ਵੀ ਮਰ ਸਕਦਾ ਹੈ। ਚੁਆਇਸ ਹੈ, ਦੋਹਾਂ ਰਾਹਾਂ ਚੋਂ ਕਿਹੜਾ ਰਾਹ ਚੁਣਨਾ ਚਾਹੋਗੇ। ਤਾਂ ਬਾਬਾ ਫਰੀਦ ਜੀ ਸਾਨੂੰ ਸੱਚ ਦਾ ਰਾਹ ਚੁਣਨ ਦੀ ਪ੍ਰੇਰਨਾ ਦੇ ਰਹੇ ਨੇ। ਜੇ ਸੱਚ ਦੇ ਨਾਲ ਜੁੜੋਗੇ, ਜੇ ਸ਼ੁਭ ਗੁਣਾਂ ਦੇ ਨਾਲ ਜੁੜੋਗੇ, ਤਾਂ ਇਹ ਜੀਵਨ ਸੁਖੀ ਔਰ ਸ਼ਾਂਤ ਹੋ ਜਾਏਗਾ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਹੁਣ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਪੁੱਛਣਾ ਹੈ ਜੋ ਅੱਜ ਅਸੀਂ ਸ਼ਲੋਕ ਵਿਚਾਰੇ ਨੇ ਇਹਨਾਂ ਚੋਂ, ਤਾਂ ਉਹ ਅਨਮਿਊਟ ਹੋ ਜਾਓ, ਸਵਾਲ ਪੁੱਛ ਸਕਦੇ ਹੋ। ਜੇ ਕਿਸੇ ਵੀਰ ਭੈਣ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਵਿਊਜ਼ ਦੇ ਸਕਦੇ ਨੇ। ਅਗਲੀ ਕਲਾਸ ਦੀ ਜੋ ਕਾਰਵਾਈ ਹੈ ਵੀਰ ਤਰਲੋਚਨ ਸਿੰਘ ਜੀ ਕਰਨਗੇ, ਅਨਮਿਊਟ ਹੋ ਗਏ ਨੇ। ਜਿਨ੍ਹਾਂ ਵੀਰਾਂ ਭੈਣਾਂ ਨੇ ਸਵਾਲ ਪੁੱਛਣਾ, ਅਨਮਿਊਟ ਹੋ ਜਾਓ। ਤੇ ਫੇਸਬੁੱਕ ਤੇ ਜੋ ਮੇਰੀਆਂ ਭੈਣਾਂ ਤੇ ਵੀਰ ਸਰਵਣ ਕਰ ਰਹੇ ਨੇ, ਉਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ